ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ। ਅਸੀਂ ਇਸ ਚੈਨਲ ਦੇ ਉੱਪਰ ਪੀਐਸ ਟੈਟ ਅਤੇ ਸੀ ਟੈਟ ਦੀ ਤਿਆਰੀ ਕਰਵਾ ਰਹੇ ਹਾਂ। ਅੱਜ ਆਪਣਾ ਲੈਕਚਰ ਹੈ ਪੰਜਾਬੀ ਭਾਸ਼ਾ ਤੇ ਪੰਜਾਬੀ ਪੈਡਾਗੋਜੀ ਦੇ ਉੱਪਰ। ਤੇ ਅੱਜ ਆਪਣਾ 15ਵਾਂ ਲੈਕਚਰ ਹੈ। ਇਸ ਤੋਂ ਪਹਿਲਾਂ ਅਸੀਂ ਆਲਰੇਡੀ 14 ਲੈਕਚਰ ਕਰ ਚੁੱਕੇ ਹਾਂ। ਇਹ ਜਿਹੜੇ ਲੈਕਚਰ ਨੇ ਥਿਊਰੀ ਲੈਕਚਰ ਨੇ, ਇਹਦੇ ਵਿੱਚ ਤੁਹਾਨੂੰ ਓਨਲੀ ਥਿਊਰੀ ਮਿਲੇਗੀ। ਤਾਂ ਜਿਹੜਾ ਜਲਦੀ ਅਸੀਂ ਐਮਸੀਕਿਊ ਸੈਸ਼ਨ ਸਟਾਰਟ ਕਰਾਂਗੇ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ। ਅਗਰ ਆਪਾਂ ਗੱਲ ਕਰਦੇ ਹਾਂ ਪੈਡਾਗੋਜੀ ਦੀ, ਤਾਂ ਪੈਡਾਗੋਜੀ ਦੇ ਵਿੱਚ ਆਪਣੇ 1-2 ਲੈਕਚਰ ਰਹਿ ਗਏ ਨੇ ਪੈਂਡਿੰਗ। ਬਸ ਪੈਡਾਗੋਜੀ ਕੰਪਲੀਟ ਹੋ ਜਾਏਗੀ। ਇਸ ਤੋਂ ਬਾਅਦ ਆਪਾਂ ਨੈਕਸਟ ਜਿਹੜਾ ਹੈ ਪੰਜਾਬੀ ਦੇ ਵਿੱਚ ਵਿਆਕਰਨ ਕਰਾਂਗੇ। ਤਾਂ ਵਿਆਕਰਨ ਨੂੰ ਚੰਗੀ ਤਰ੍ਹਾਂ ਪੜਾਂਗੇ, ਕਿਉਂਕਿ ਪੀਐਸ ਟੈਟ ਜਾਂ ਫਿਰ ਸੀ ਟੈਟ ਦੇ ਵਿੱਚ ਪੰਜਾਬੀ ਬਹੁਤ ਜ਼ਰੂਰੀ ਆ। ਉਹਦੇ ਵਿੱਚ ਪੰਜਾਬੀ ਭਾਸ਼ਾ ਤੇ ਪੰਜਾਬੀ ਪੈਡਾਗੋਜੀ ਨਾਲ ਵਿਆਕਰਨ ਵੀ ਆਉਂਦੀ ਹੈ। ਉਸ ਦੇ ਅਕੋਰਡਿੰਗ ਆਪਾਂ ਬਹੁਤ ਚੰਗੀ ਤਰ੍ਹਾਂ ਤਿਆਰੀ ਕਰਾਂਗੇ। ਅੱਜ ਆਪਣਾ 15ਵਾਂ ਲੈਕਚਰ ਹੈ ਤੇ ਕੀ ਟੌਪਿਕ ਰਹਿਣ ਵਾਲਾ ਅੱਜ ਦਾ ਆਪਣਾ ਪਾਠ ਪੁਸਤਕ, ਜਿਹੜਾ ਕਿ ਪਾਠ ਪੁਸਤਕ ਦੇ ਉੱਤੇ ਜਿਹੜਾ ਹਮੇਸ਼ਾ ਹੀ ਇੱਕ ਨਾ ਇੱਕ ਐਮਸੀਕਿਊ ਦੇਖਿਆ ਜਾਂਦਾ ਹੈ। ਘੱਟੋ ਘੱਟ ਇੱਕ ਐਮਸੀਕਿਊ ਦੇਖਣ ਨੂੰ ਮਿਲਦਾ ਹੈ। ਕਿਸੇ ਵੀ ਲੈਂਗੁਏਜ ਦੀ ਗੱਲ ਕਰੀਏ, ਚਾਹੇ ਹਿੰਦੀ, ਪੰਜਾਬੀ, ਇੰਗਲਿਸ਼ ਦੀ ਗੱਲ ਕਰੀਏ, ਤਾਂ ਪਾਠ ਪੁਸਤਕ ਜਾਂ ਬੁੱਕ ਦੀ ਗੱਲ ਕਰਦੇ ਆ ਤਾਂ ਇਹਦੇ ਵਿੱਚ ਅਕਸਰ ਕੁਐਸਚਨ ਦੇਖਣ ਨੂੰ ਮਿਲਦਾ ਹੈ। ਇੰਗਲਿਸ਼ ਵੀ ਕਿਤੇ ਨਾ ਕਿਤੇ ਇਹਦੇ ਨਾਲ ਜੁੜੀ ਹੋਵੇਗੀ। ਹੁਣ ਪਾਠ ਪੁਸਤਕ ਦਾ ਮਤਲਬ ਕੀ ਆ, ਪੁਸਤਕ ਕਿਵੇਂ ਹੋਣ ਦੇ ਵਿੱਚ ਆਈ, ਉਸ ਦੀ ਗੱਲ ਕਰਦੇ ਆ। ਦੇਖੋ, ਪੁਸਤਕ ਦਾ ਨਾਮ ਕਿਵੇਂ ਰੱਖਿਆ ਗਿਆ ਉਸ ਦੇ ਬਾਰੇ ਥੋੜਾ ਡਿਟੇਲ ਦੇ ਵਿੱਚ ਦੇਖਦੇ ਆ। ਕਿਵੇਂ ਪੁਸਤਕ ਦੇ ਵਿੱਚੋਂ ਲਿਖਤੀ ਰੂਪ ਸਾਹਮਣੇ ਆਇਆ, ਇਹਦੀ ਕੀ ਹੋਂਦ ਹੈ, ਉਸ ਦੇ ਬਾਰੇ ਗੱਲ ਕਰਾਂਗੇ। ਹੁਣ ਸਾਰੇ ਸੋਚਦੇ ਹੋਣਗੇ ਆਪਾਂ ਨੂੰ ਪੁਸਤਕ ਦੀ ਲੋੜ ਕਿਉਂ ਪਈ ਆ, ਕਿਉਂਕਿ ਪੁਸਤਕ ਦੇ ਬਿਨਾਂ ਵੀ ਤਾਂ ਜ਼ਿੰਦਗੀ ਲੰਘ ਸਕਦੀ ਸੀਗੀ, ਲਾਈਫ ਚੱਲ ਸਕਦੀ ਸੀ। ਤਾਂ ਜਿਵੇਂ ਆਪਾਂ ਜੰਗਲੀ ਲੋਕ ਰਹਿੰਦੇ ਸੀ ਉਸ ਤਰ੍ਹਾਂ ਰਹਿ ਸਕਦੇ ਸੀ। ਜੰਗਲੀ ਲੋਕਾਂ ਨੇ ਵਿਕਸਿਤ ਕੀਤਾ, ਇੰਡਸ ਸਿਵਲਾਈਜੇਸ਼ਨ ਦੇਖਣ ਨੂੰ ਮਿਲਦੀ ਹੈ, ਸਿੰਧੂ ਘਾਟੀ ਸੱਭਿਅਤਾ ਦੇਖਣ ਨੂੰ ਮਿਲੀ ਆ, ਉਹਦੇ ਵਿੱਚ ਕੁਝ ਲਿਖਤੀ ਰੂਪ ਮਿਲੇ ਨੇ। ਇਸ ਤਰ੍ਹਾਂ ਫਿਰ ਪੁਸਤਕ ਕਿਉਂ ਜ਼ਰੂਰੀ ਆ ਗਈ, ਤਾਂ ਇਹੀ ਸਭ ਤੋਂ ਵੱਡਾ ਜਿਹੜਾ ਪ੍ਰਸ਼ਨ ਦੇਖਣ ਨੂੰ ਮਿਲਦਾ ਆ। ਇਸਨੂੰ ਸੋਲਵ ਇੱਥੇ ਹੱਲ ਕਰ ਦੂੰਗਾ, ਤੁਹਾਡੇ ਜਿਹੜੇ ਇਹ ਡਾਊਟ ਆ ਕਲੀਅਰ ਹੋ ਜਾਣਗੇ। ਸਭ ਤੋਂ ਗੱਲ ਕਰਦੇ ਆ, ਮਨੁੱਖ ਨੇ ਆਪਣੇ ਅਨੁਭਵਾਂ, ਜੋ ਵੀ ਐਕਸਪੀਰੀਅੰਸ ਕਰਦਾ ਹੈ, ਇੱਥੇ ਮਤਲਬ ਅਨੁਭਵਾਂ ਮਤਲਬ ਐਕਸਪੀਰੀਅੰਸ ਅਤੇ ਗਿਆਨ ਨੂੰ, ਮਤਲਬ ਕਿ ਜੋ ਵੀ ਨੌਲੇਜ ਆ ਉਸਨੂੰ ਬਚਾ ਕੇ ਰੱਖਣ ਦੇ ਲਈ। ਦੇਖੋ, ਆਪਾਂ ਕੋਈ ਲੰਮੇ ਸਮੇਂ ਤੱਕ ਕੋਈ ਚੀਜ਼ ਬਚਾ ਕੇ ਰੱਖਣੀ ਹੈ, ਉਹਨੂੰ ਸਾਂਭ ਕੇ ਰੱਖਾਂਗੇ ਨਾ। ਕਿਸੇ ਚੀਜ਼ ਦੇ ਵਿੱਚ ਰੱਖਾਂਗੇ, ਮੰਨ ਲਓ ਅਚਾਰ ਰੱਖਣਾ, ਆਪਾਂ ਅਚਾਰ ਆਪਾਂ ਤੇਲ ਦੇ ਵਿੱਚ ਪਾਵਾਂਗੇ ਸਰੋਂ ਦੇ, ਉਹ ਲੰਮੇ ਸਮੇਂ ਤੱਕ ਚੱਲੇਗਾ। ਇਸੇ ਕਰਕੇ ਮਨੁੱਖ ਨੇ ਕੀ ਸੋਚਿਆ, ਜਿਹੜੇ ਉਹਨਾਂ ਦੇ ਅਨੁਭਵ ਨੇ, ਗਿਆਨ ਨੇ, ਉਸਨੂੰ ਬਚਾਇਆ ਜਾ ਸਕਦਾ ਹੈ। ਕਿਵੇਂ ਬਚਾਇਆ ਜਾ ਸਕਦਾ ਹੈ, ਉਸਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਣ ਦੇ ਲਈ ਜਿਹੜੀ ਕਿ ਲਿਖਤੀ ਰੂਪ ਸਾਹਮਣੇ ਆਇਆ। ਤਾਂ ਲਿਖਤੀ ਰੂਪ ਨੂੰ ਕਹਾਂਗੇ ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਣ ਦੇ ਲਈ ਅਨੁਭਵਾਂ ਤੇ ਗਿਆਨ ਨੂੰ ਲਿਪੀਬੰਦ ਕਰ ਦਿੱਤਾ ਗਿਆ ਸੀ। ਲਿਪੀਬੰਦ ਮਤਲਬ ਕਿ ਇੱਥੇ ਲਿਖਤੀ ਰੂਪ ਸਾਹਮਣੇ ਆਇਆ। ਅਗਰ ਮੈਂ ਤੁਹਾਡੇ ਤੋਂ ਕੁਐਸਚਨ ਕਰਾਂ, ਸਭ ਤੋਂ ਪਹਿਲਾਂ ਕਿਹੜਾ ਰੂਪ ਸਾਹਮਣੇ ਆਇਆ, ਭਾਸ਼ਾ ਦਾ ਸਭ ਤੋਂ ਪਹਿਲਾ ਰੂਪ ਕਿਹੜਾ ਆਇਆ? ਅਗਰ ਤੁਹਾਡੇ ਤੋਂ ਪੁੱਛੇਗਾ, ਤੁਸੀਂ ਕਹੋਗੇ ਮੌਖਿਕ, ਤਾਂ ਇਹਦਾ ਕੀ ਹੋਏਗਾ? ਮੌਖਿਕ ਸਹੀ ਉੱਤਰ ਹੋਏਗਾ। ਮੌਖਿਕ ਸਭ ਤੋਂ ਪਹਿਲਾਂ ਸਾਹਮਣੇ ਆਇਆ। ਉਸ ਤੋਂ ਬਾਅਦ ਕੀ ਹੈ? ਲਿਪੀਬੰਦ। ਲਿਪੀਬੰਦ ਦਾ ਕੀ ਹੈ? ਜਦੋਂ ਆਪਣੇ ਕੋਲ ਲਿਖਤੀ ਰੂਪ ਸਾਹਮਣੇ ਆ ਗਿਆ, ਲਿਖਤੀ ਰੂਪ ਦੇ ਵਿੱਚ ਆਪਾਂ ਲਿਖ ਸਕਦੇ ਹਾਂ। ਲਿਪੀ ਕਿਸ ਨੂੰ ਕਹਿੰਦੇ ਆ? ਆਪਣੀ ਪੰਜਾਬੀ ਭਾਸ਼ਾ ਦੀ ਕਿਹੜੀ ਲਿਪੀ ਆ, ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਵਿਆਕਰਨ ਦੇ ਵਿੱਚ ਵੀ ਗੱਲ ਕਰਾਂਗੇ ਤਾਂ ਇਹਦੇ ਵਿੱਚ ਹੈ ਗੁਰਮੁਖੀ ਦੀ ਗੱਲ ਕਰਾਂਗੇ। ਗੁਰਮੁਖੀ ਪੰਜਾਬੀ ਦੇ ਵਿੱਚ ਤਾਂ ਆਪਣੀ ਕਿਹੜੀ ਹੈ ਜੀ? ਗੁਰਮੁਖੀ ਹੈ। ਤੇ ਦੇਵਨਾਗਰੀ, ਠੀਕ ਹੈ, ਦੇਵਨਾਗਰੀ ਜਿਹੜੀ ਕਿ ਕਿਹਦੀ? ਹਿੰਦੀ ਦੀ ਹੈ। ਉਸੇ ਤਰ੍ਹਾਂ ਹੀ ਸ਼ਾਹਮੁਖੀ, ਆਪਾਂ ਸ਼ਾਹਮੁਖੀ ਦੀ ਗੱਲ ਕਰਾਂਗੇ। ਸ਼ਾਹਮੁਖੀ ਕਿੱਥੋਂ ਦੀ ਆ? ਪਾਕਿਸਤਾਨ ਦੀ ਹੈ, ਪੰਜਾਬੀ ਦੀ ਹੈ। ਇਸੇ ਤਰ੍ਹਾਂ ਲਿਪੀਆਂ ਲਿਖੀਆਂ ਹੁੰਦੀਆਂ, ਜਦੋਂ ਲਿਪੀਆਂ ਦਾ ਆਪਾਂ ਵਰਤੋਂ ਕਰਦੇ, ਲਿਪੀ ਜਦੋਂ ਆਪਾਂ ਵਿਆਕਰਨ ਪੜਾਂਗੇ ਨਾ, ਉੱਥੇ ਤੁਹਾਡਾ ਕਲੀਅਰ ਹੋ ਜੂ। ਜਦੋਂ ਕਿ ਕਿਸੇ ਗਿਆਨ ਨੂੰ, ਅਨੁਭਵਾਂ ਨੂੰ, ਜਾਂ ਉਹਦੇ ਕਿਸੇ ਵੀ ਗਿਆਨ ਨੂੰ ਲਗਾ ਲਓ, ਵਿਚਾਰਾਂ ਨੂੰ, ਜਦੋਂ ਕਿਤੇ ਇੱਕ ਥਾਂ ਸਾਂਭ ਕੇ ਰੱਖਣਾ ਹੋਵੇ, ਪੀੜ੍ਹੀ ਦਰ ਪੀੜ੍ਹੀ ਅੱਗੇ ਪਹੁੰਚਾਉਣ ਦੇ ਲਈ ਆਪਾਂ ਨੂੰ ਕਿਸ ਦੀ ਲੋੜ ਪੈਂਦੀ ਹੈ? ਲਿਪੀ ਦੀ। ਲਿਪੀਬੰਦ ਕਰ ਦਿੰਦੇ ਨੇ, ਮਤਲਬ ਲਿਖਤੀ ਰੂਪ ਸਾਹਮਣੇ ਆਉਂਦਾ। ਜੋ ਵੀ ਚੀਜ਼ ਲਿਖੀ ਜਾਂਦੀ ਆ, ਉਸਨੂੰ ਕਿਸ ਚੀਜ਼ ਦੇ ਉੱਪਰ ਲਿਖਾਂਗੇ? ਦੇਖੋ, ਸਭ ਤੋਂ ਪਹਿਲਾਂ ਆਪਾਂ ਕਿਸ ਦੇ ਉੱਪਰ ਲਿਖਾਂਗੇ? ਉਸਨੂੰ ਪੁਸਤਕ ਦੇ ਉੱਪਰ ਲਿਖਾਂਗੇ। ਕੋਈ ਵੀ ਕਾਗਜ਼ ਕਹਿ ਸਕਦੇ ਹੋ, ਕਾਗਜ਼। ਉਸੇ ਤਰ੍ਹਾਂ ਹੀ ਅਗਰ ਗੱਲ ਕਰੀਏ ਮਹਾਭਾਰਤ ਦੀ, ਮਹਾਭਾਰਤ ਅਤੇ ਰਮਾਇਣ ਦੀ, ਠੀਕ ਹੈ, ਰਮਾਇਣ ਦੀ, ਮਹਾਭਾਰਤ ਨੂੰ ਲਿਖਿਆ ਗਿਆ, ਰਮਾਇਣ ਨੂੰ ਜਿਹੜਾ ਪੱਤਿਆਂ ਤੇ ਲਿਖਿਆ ਗਿਆ ਹੈ, ਕੇਲੇ ਦੇ ਪੱਤਿਆਂ ਤੇ। ਇਸੇ ਤਰ੍ਹਾਂ ਹੀ ਮਹਾਭਾਰਤ ਦੀ ਜਿਹੜੀ ਲਿਖਤ ਮਿਲਦੀ ਆ, ਤੇ ਰਮਾਇਣ ਦੀ ਵੀ ਲਿਖਤ ਆਪਾਂ ਨੂੰ ਮਿਲਦੀ ਹੈ। ਕੀ ਆ? ਲੰਮੇ ਸਮੇਂ ਤੋਂ ਇਹ ਗਿਆਨ ਆਪਣੇ ਤੱਕ ਪਹੁੰਚ ਰਿਹਾ ਨਾ, ਲੰਮੇ ਸਮੇਂ ਤੋਂ ਇਹ ਗਿਆਨ ਆਪਣੇ ਤੱਕ ਪਹੁੰਚਿਆ। ਇਸਦਾ ਮਤਲਬ ਕੀ ਹੈ? ਕਿ ਇਹ ਚੀਜ਼ਾਂ ਲਿਖਤੀ ਰੂਪ ਦੇ ਵਿੱਚ ਆਈਆਂ ਨੇ। ਉਸੇ ਤਰ੍ਹਾਂ ਹੀ ਕਿਸੇ ਚੀਜ਼ ਨੂੰ ਲੰਮੇ ਸਮੇਂ ਤੱਕ ਬਚਾ ਕੇ ਰੱਖਣ ਦੇ ਲਈ ਆਪਾਂ ਨੂੰ ਲਿਖਤੀ ਰੂਪ ਦੀ ਲੋੜ ਪੈਂਦੀ ਹੈ। ਉਸ ਤੋਂ ਬਾਅਦ ਗੱਲ ਕਰਾਂਗੇ, ਇਸੇ ਤਰ੍ਹਾਂ ਭਾਸ਼ਾ ਦੇ ਲਿਖਤੀ ਰੂਪ ਨਾਲ ਪਾਠ ਪੁਸਤਕ ਦਾ ਜਨਮ ਹੋਇਆ। ਤੇ ਪਾਠ ਪੁਸਤਕ ਦਾ ਜਿਹੜਾ ਵਿਕਾਸ ਆ, ਜਾਂ
किस तरह होया कि जो लिखती रूप सामने आ गया जिसके उत्ते लिखते उन्होंने पुस्तक कवांगे ते पाठ पुस्तक भी उत्थों आई है जिहड़ा कि अजकल आपां जमातां दे विच पढ़ाउणे आ उसनूं की कहांगे पाठ पुस्तक ते आपां गुरुकुल वर्गे स्कूल सुने ने ਉਹਦੇ ਵਿੱਚ ਕੀ ਆ ਮੌਖਿਕ ਪੜਾਇਆ ਜਾਂਦਾ ਸੀ ਪਹਿਲਾਂ ਮੌਖਿਕ ਗੁਰੂਕੁਲ ਸਕੂਲ ਹੋ ਗਏ ਆਸ਼ਰਮ ਹੋ ਗਏ ਇਹਨਾਂ ਵਿੱਚ ਪੜਾਇਆ ਜਾਂਦੇ ਸੀ ਬੱਚਿਆਂ ਨੂੰ ਪਰ ਹੁਣ ਬਿਲਕੁਲ ਅਲੱਗ ਜਿਹੜਾ ਕਿ ਟ੍ਰੈਂਡ ਚੱਲਣਾ ਸ਼ੁਰੂ ਹੋ ਗਿਆ ਉਹਦੇ ਵਿੱਚ ਲਿਖਤੀ ਰੂਪ ਸਾਹਮਣੇ ਆਇਆ ਲਿਖਤੀ ਤੋਂ ਫਿਰ ਕੀ ਹੋਇਆ ਕਾਗਜ਼ਾਂ ਤੇ ਲਿਖਤ ਸ਼ੁਰੂ ਹੋਈ ਫਿਰ ਉਹ ਪਾਠ ਪੁਸਤਕਾਂ ਬਣੀਆਂ ਜਿਹੜੀਆਂ ਕਿ ਅੱਜ ਕੱਲ੍ਹ ਆਪਾਂ ਪੜ੍ਹਦੇ ਆ ਜਨਮ ਕਿੱਥੋਂ ਹੋਇਆ ਭਾਸ਼ਾ ਦਾ ਕਿਤੇ ਨਾ ਕਿਤੇ ਲਿਖਤੀ ਰੂਪ ਤੋਂ ਹੀ ਜਿਹੜੇ ਅਸਲ ਤੌਰ ਤੇ ਭਾਸ਼ਾ ਦਾ ਜਿਹੜਾ ਕਿ ਜਨਮ ਹੋਇਆ ਪਾਠ ਪੁਸਤਕ ਦਾ ਜਨਮ ਹੋਇਆ ਭਾਸ਼ਾ ਤੋਂ ਉਸੇ ਤਰ੍ਹਾਂ ਹੀ ਇਹਦੀ ਪਰਿਭਾਸ਼ਾ ਨੂੰ ਜਾਣ ਲੈਂਦੇ ਹਾਂ ਕਿਉਂਕਿ ਪਰਿਭਾਸ਼ਾ ਵੀ ਬਹੁਤ ਜ਼ਰੂਰੀ ਹੈ ਇਸ ਦੇ ਉੱਪਰ ਕੁਐਸਚਨ ਦੇਖਣ ਨੂੰ ਮਿਲੇਗਾ ਕਿਵੇਂ ਉਹ ਵੀ ਦੱਸੂਗਾ ਤੁਹਾਨੂੰ ਪਰਿਭਾਸ਼ਾ ਦੀ ਗੱਲ ਕਰਦੇ ਆ ਗਿਆਨ ਨੂੰ ਇੱਥੇ ਕੀ ਹੈ ਗਿਆਨ ਨੂੰ ਪਾਠ ਪੁਸਤਕਾਂ ਵਿੱਚ ਦੀ ਗੱਲ ਕਰੀਏ ਸੰਗ੍ਰਹਿ ਗਿਆਨ ਸੰਗ੍ਰਹਿ ਤੇ ਸੰਚਾਰ ਕਰਨ ਦਾ ਇੱਕੋ ਇੱਕ ਸਾਧਨ ਹੈ ਉਹ ਕੀ ਹੈ ਕਿਤਾਬ ਹੈ ਜਾਂ ਪੁਸਤਕ ਹੈ ਪੁਸਤਕ ਕਹਿ ਸਕਦੇ ਹੋ ਜਾਂ ਕਿਤਾਬ ਕਹਿ ਸਕਦੇ ਹੋ ਤਾਂ ਇਹਦਾ ਸਹੀ ਮਤਲਬ ਕੀ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਜਦੋਂ ਆਪਾਂ ਆਪਣੇ ਗਿਆਨ ਨੂੰ ਜਦੋਂ ਲਿਖਤੀ ਰੂਪ ਦੇ ਦਿੰਦੇ ਆ ਉਹ ਸਾਰੇ ਗਿਆਨ ਨੂੰ ਸੰਗ੍ਰਹਿ ਕਰਕੇ ਸੰਚਾਰ ਕਰਨ ਦੇ ਲਈ ਇੱਕ ਸਾਧਨ ਦੀ ਲੋੜ ਪੈਂਦੀ ਆ ਉਸ ਨੂੰ ਅੱਗੇ ਪਹੁੰਚਾਉਣ ਦੀ ਉਸਦਾ ਨਾਮ ਹੈ ਪੁਸਤਕ ਜਾਂ ਕਿਤਾਬ ਕਹਿ ਸਕਦੇ ਹੋ ਜਿਸ ਦਾ ਲਾਭ ਜਿਹੜਾ ਨਵੀਂ ਪੀੜ੍ਹੀ ਲੈਂਦੀ ਹੈ ਜਾਂ ਉਠਾ ਸਕਦੀ ਹੈ ਦੇਖੋ ਆਪਾਂ ਜੋ ਗਿਆਨ ਅੱਜ ਬੋਲ ਰਹੇ ਹਾਂ ਕੁਝ ਲਿਖਤਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆ ਵੀਡੀਓ ਬਣਾਤੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੇ ਸਟੂਡੈਂਟਾਂ ਦੇ ਲਈ ਵਿਦਿਆਰਥੀਆਂ ਦੇ ਲਈ ਇਹ ਕੀ ਹੋਈ ਲਾਭਦਾਇਕ ਹੋਏਗੀ ਕਿਉਂਕਿ ਉਹ ਪੀਐਸਟੈਟ ਦੀ ਤਿਆਰੀ ਕਰਦੇ ਨੇ ਇਹ ਕੀ ਹੈ ਲਿਖਤੀ ਰੂਪ ਹੈ ਕਿਤਾਬ ਆ ਸਮਝ ਲਓ ਇਹ ਕਿਤਾਬ ਆ ਜਿਹੜੀ ਤੁਸੀਂ ਪੜ੍ਹਨੀ ਹੈ ਜਿੱਥੋਂ ਤੁਸੀਂ ਗਿਆਨ ਪ੍ਰਾਪਤ ਕਰੋਗੇ ਜੋ ਗਿਆਨ ਮੈਂ ਲਿਖ ਦਿੱਤਾ ਹੈ ਇਹਦੇ ਵਿੱਚ ਤੇ ਤੁਸੀਂ ਇਸ ਤੋਂ ਗਿਆਨ ਪ੍ਰਾਪਤ ਕਰੋਗੇ ਉਹ ਤੋਂ ਕੀ ਹੈ ਇੱਕ ਸੋਚ ਇੱਕ ਵਿਚਾਰ ਇੱਕ ਅਨੁਭਵ ਕਿੱਥੋਂ ਜਾ ਰਹੇ ਨੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਜਾ ਰਹੇ ਨੇ ਇਸੇ ਕਰਕੇ ਹੀ ਪਾਠ ਪੁਸਤਕ ਦਾ ਜਨਮ ਇੱਥੋਂ ਹੋ ਗਿਆ ਭਾਸ਼ਾ ਤੋਂ ਪਾਠ ਪੁਸਤਕ ਦਾ ਜਨਮ ਹੋਇਆ ਅਗਰ ਤੁਹਾਡੇ ਤੋਂ ਕੁਐਸਚਨ ਪੁੱਛਿਆ ਜਾਵੇ ਪਾਠ ਪੁਸਤਕ ਦਾ ਜਨਮ ਕਿੱਥੋਂ ਹੋਇਆ ਤਾਂ ਤੁਹਾਡਾ ਸਹੀ ਆਨਸਰ ਹੋਏਗਾ ਭਾਸ਼ਾ ਤੋਂ ਠੀਕ ਹੈ ਜੀ ਸਹੀ ਉੱਤਰ ਕੀ ਹੋਗਾ ਭਾਸ਼ਾ ਤੋਂ ਹੋਇਆ ਉਸ ਤੋਂ ਬਾਅਦ ਇੱਕ ਫਿਲਾਸਫਰ ਮਨੋਵਿਗਿਆਨੀ ਨੇ ਵੀ ਇਹ ਆਪਣੀ ਡੈਫੀਨੇਸ਼ਨ ਜਾਂ ਪਰਿਭਾਸ਼ਾ ਦਿੱਤੀ ਆ ਆਰ ਡਗਲਸ ਦੇ ਅਨੁਸਾਰ ਕੀ ਕਹਿੰਦਾ ਆਰ ਡਗਲਸ ਤਾਂ ਉਸਨੇ ਕਿਹਾ ਅਧਿਆਪਕਾਂ ਦੇ ਅਨੁਭਵਾਂ ਉੱਥੇ ਆ ਗਿਆ ਅਨੁਭਵ ਕਰਦੇ ਆ ਐਕਸਪੀਰੀਅੰਸ ਦੀ ਗੱਲ ਕਰਦੇ ਆ ਕਿਉਂਕਿ ਉਹਨੇ ਐਕਸਪੀਰੀਅੰਸ ਗੇਨ ਕੀਤੇ ਹੁੰਦੇ ਆ ਠੀਕ ਹੈ ਜੀ ਹੁਣ ਘਬਰਾਉਣ ਵਾਲੀ ਗੱਲ ਨਹੀਂ ਕੋਈ ਸ਼ਬਦ ਨਹੀਂ ਆਉਂਦਾ ਤਾਂ ਮੈਂ ਅੰਗਰੇਜ਼ੀ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਤੁਹਾਨੂੰ ਅਧਿਆਪਕਾਂ ਦੇ ਅਨੁਭਵਾਂ ਦੇ ਅਨੁਸਾਰ ਜਿਹੜੇ ਉਹਦੇ ਅਨੁਭਵ ਨੇ ਐਕਸਪੀਰੀਅੰਸ ਨੇ ਉਸ ਦੇ ਅਨੁਸਾਰ ਜਦੋਂ ਪਾਠ ਪੁਸਤਕ ਪੜ੍ਹਨ ਤੇ ਪੜ੍ਹਾਉਣ ਦਾ ਇੱਕ ਵਧੀਆ ਸਾਧਨ ਹੈ ਉਹ ਕੀ ਕਹਿ ਰਿਹਾ ਕਿ ਪਾਠ ਪੁਸਤਕ ਕੀ ਹੈ ਇੱਕ ਪੜ੍ਹਨ ਦੇ ਲਈ ਆਪਾਂ ਦੇਖਦੇ ਹਾਂ ਸਕੂਲ ਦੇ ਵਿੱਚ ਪਾਠ ਪੁਸਤਕਾਂ ਦਿੱਤੀਆਂ ਜਾਂਦੀਆਂ ਜਿੱਥੋਂ ਕਿ ਆਪਾਂ ਨੂੰ ਅਧਿਆਪਕ ਪੜ੍ਹਾਉਂਦਾ ਆ ਤੇ ਆਪਾਂ ਪੜ੍ਹਦੇ ਹਾਂ ਤੇ ਉੱਥੋਂ ਆਪਾਂ ਗਿਆਨ ਪ੍ਰਾਪਤ ਕਰਦੇ ਹਾਂ ਤੇ ਨਵਾਂ ਐਕਸਪੀਰੀਅੰਸ ਨਵੇਂ ਅਨੁਭਵ ਆਪਾਂ ਪ੍ਰਾਪਤ ਕਰਦੇ ਹਾਂ ਸਕੂਲ ਦੇ ਵਿੱਚੋਂ ਕਿਤਾਬਾਂ ਦੇ ਵਿੱਚੋਂ ਪੁਸਤਕਾਂ ਦੇ ਵਿੱਚੋਂ ਜਿਹੜੀਆਂ ਪਾਠ ਪੁਸਤਕ ਇੱਕ ਕ੍ਰਮ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਸਭ ਨੂੰ ਪਤਾ ਇਹ ਮਹੱਤਵਪੂਰਨ ਆਧਾਰ ਹੈ ਆਪਣੇ ਸਿੱਖਣ ਦੇ ਲਈ ਆਪਣੇ ਬੋਲਣ ਦੇ ਲਈ ਆਪਣੇ ਵਿਕਾਸ ਦੇ ਲਈ ਅਗਰ ਆਪਾਂ ਪਾਠ ਪੁਸਤਕ ਦੀ ਗੱਲ ਕਰੀਏ ਇਸ ਤਰ੍ਹਾਂ ਕੁਐਸਚਨ ਤੁਹਾਨੂੰ ਤੋਂ ਦੇਖਿਆ ਜਾ ਸਕਦਾ ਪਾਠ ਪੁਸਤਕ ਕੀ ਕਰਦੀਆਂ ਨੇ ਤਾਂ ਆਪਸ਼ਨ ਮਿਲੇਗਾ ਵਿਕਾਸ ਕਰਦੀਆਂ ਨੇ ਸੰਚਾਰ ਕਰਦੀਆਂ ਨੇ ਠੀਕ ਹੈ ਸੰਚਾਰ ਕਰਦੀਆਂ ਨੇ ਉਸ ਦੇ ਨਾਲ ਇਹ ਕੀ ਕਰਦੇ ਆ ਭਾਸ਼ਾ ਦਾ ਗਿਆਨ ਦਿੰਦੀਆਂ ਨੇ ਭਾਸ਼ਾ ਦਾ ਗਿਆਨ ਦਿੰਦੀਆਂ ਨੇ ਉਸ ਤੋਂ ਬਾਅਦ ਜਿਹੜਾ ਲਾਸਟ ਆਪਸ਼ਨ ਹੋਏਗਾ ਉਪਰੋਕਤ ਸਾਰੇ ਹੀ ਤਾਂ ਤੁਹਾਡਾ ਆਨਸਰ ਕੀ ਹੋਏਗਾ ਇਹ ਉਪਰੋਕਤ ਸਾਰੇ ਹੀ ਉੱਤਰ ਆਉਣਗੇ ਨਾ ਤਾਂ ਵਿਕਾਸ ਕੱਲਾ ਕਰਦੀਆਂ ਨਾ ਸੰਚਾਰ ਕਰਦੀਆਂ ਨਾ ਭਾਸ਼ਾ ਦਾ ਗਿਆਨ ਦਿੰਦੀਆਂ ਇਹ ਗਿਆਨ ਵੀ ਦਿੰਦੀ ਆ ਵਿਕਾਸ ਵੀ ਹੁੰਦਾ ਇਸ ਨਾਲ ਭਾਸ਼ਾ ਦਾ ਉਸ ਤੋਂ ਬਾਅਦ ਸੰਚਾਰ ਵੀ ਹੁੰਦਾ ਐਂਡ ਗਿਆਨ ਵੀ ਮਿਲਦਾ ਆਪਾਂ ਨੂੰ ਅਤੇ ਆਪਾਂ ਨੂੰ ਭਾਸ਼ਾ ਦਾ ਗਿਆਨ ਮਿਲਦਾ ਇਸ ਕਰਕੇ ਉਪਰੋਕਤ ਸਾਰੇ ਹੀ ਇਹਦਾ ਸਹੀ ਉੱਤਰ ਹੋਏਗਾ ਠੀਕ ਹੈ ਇਸ ਤਰ੍ਹਾਂ ਦਾ ਕੁਐਸਚਨ ਦੇਖਣ ਨੂੰ ਮਿਲਦਾ ਹੈ ਤੇ ਇਹ ਪਰਿਭਾਸ਼ਾ ਤੁਹਾਨੂੰ ਇਹ ਦਿੱਤੀ ਜਾਏਗੀ ਅਧਿਆਪਕ ਦੇ ਅਨੁਭਵਾਂ ਦੇ ਅਨੁਸਾਰ ਪਾਠ ਪੁਸਤਕ ਪੜ੍ਹਨ ਤੇ ਪੜ੍ਹਾਉਣ ਦੇ ਕੰਮ ਆਉਂਦੀਆਂ ਵਧੀਆ ਸਾਧਨ ਆ ਉਹ ਕਿਸਨੇ ਕਿਹਾ ਇਹਦਾ ਸਹੀ ਉੱਤਰ ਕੀ ਹੋਊਗਾ ਆਰ ਡਗਲਸ ਨੇ ਠੀਕ ਹੈ ਜੀ ਆਰ ਡਗਲਸ ਇਸ ਦਾ ਸਹੀ ਉੱਤਰ ਹੋਏਗਾ ਇਸ ਤਰ੍ਹਾਂ ਕੁਐਸਚਨ ਦੇਖੇ ਜਾਂਦੇ ਨੇ ਉਸ ਤੋਂ ਬਾਅਦ ਨੈਕਸਟ ਗੱਲ ਕਰਦੇ ਆ ਆਪਣੇ ਕੋਲ ਹੈ ਪਾਠ ਪੁਸਤਕ ਦੀ ਲੋੜ ਤੇ ਆਪਾਂ ਨੂੰ ਪਾਠ ਪੁਸਤਕ ਦੀ ਲੋੜ ਕਿਉਂ ਪਈ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਨਾ ਵੀ ਪਾਠ ਪੁਸਤਕ ਕਿਵੇਂ ਜਿਹੜਾ ਕਿ ਇੱਕ ਵਿਕਸਿਤ ਹੋਈ ਆ ਆਪਾਂ ਕਿਵੇਂ ਉਸ ਨੂੰ ਆਪਣੇ ਅੰਦਰ ਜਿਹੜਾ ਕਿ ਅਪਣਾ ਲਿਆ ਹੈ ਵੀ ਪਾਠ ਪੁਸਤਕ ਭਾਸ਼ਾ ਦੇ ਲਈ ਬਹੁਤ ਜ਼ਰੂਰੀ ਆ ਹੁਣ ਇਹਦੀ ਲੋੜ ਕਿਉਂ ਪਈ ਆ ਤਾਂ ਪਾਠ ਪੁਸਤਕ ਦੇ ਆਪਾਂ ਪੜ੍ਹ ਲਿਆ ਹੁਣ ਲੋੜ ਦੀ ਵੀ ਗੱਲ ਕਰਾਂਗੇ ਕਿਉਂਕਿ ਲੋੜ ਦੇ ਉੱਤੇ ਕੁਐਸਚਨ ਪੁੱਛਿਆ ਜਾਂਦਾ ਆ ਤਾਂ ਉਹਦੇ ਪ੍ਰਸ਼ਨ ਪੁੱਛੇ ਜਾਂਦੇ ਨੇ ਲਓ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਆ ਭਾਸ਼ਾ ਸਿੱਖਿਆ ਪਾਠ ਜਿਹੜੀ ਕਿ ਭਾਸ਼ਾ ਕੀ ਕਰਦੀ ਹੈ ਸਿੱਖਿਆ ਜਿਹੜੀ ਭਾਸ਼ਾ ਸਿੱਖਿਆ ਕਰਦੇ ਆ ਆਪਾਂ ਪਾਠ ਪੁਸਤਕਾਂ ਤੋਂ ਬਿਨਾਂ ਅਧੂਰੀ ਹੈ ਜਾਂ ਅਪੂਰੀ ਹੈ
ਜਾਂ ਅਧੂਰੀ ਮੰਨੋ, ਇੱਥੇ ਅਧੂਰੀ ਹੈ, ਅਧੂਰੀ ਮੰਨੀ ਜਾਂਦੀ ਹੈ। ਦੇਖੋ ਅਗਰ ਪਾਠ ਪੁਸਤਕਾਂ ਨਾ ਹੋਈਆਂ ਤਾਂ ਭਾਸ਼ਾ ਸਿੱਖਿਆ ਜਿਹੜੀ ਆਪਾਂ ਨੂੰ ਮਿਲ ਰਹੀ ਆ, ਆਪਾਂ ਨੂੰ ਆਪਣੀਆਂ ਪਾਠ ਪੁਸਤਕ ਮਿਲਦੀਆਂ ਸਕੂਲ ਦੇ ਵਿੱਚੋਂ, ਵਿਆਕਰਨ ਪੁਸਤਕਾਂ ਮਿਲਦੀਆਂ ਨੇ, ਉਹਨਾਂ ਦੇ ਵਿੱਚ ਆਪਾਂ ਨੂੰ ਭਾਸ਼ਾ ਦਾ ਗਿਆਨ ਹੁੰਦਾ ਆ, ਭਾਸ਼ਾ ਦੀ ਸਿੱਖਿਆ ਮਿਲਦੀ ਹੈ। ਇਸ ਕਰਕੇ ਜੇ ਇਹ ਨਹੀਂ ਹਨ ਤੇ ਆਪਣਾ ਜਿਹੜਾ ਕਿ ਭਾਸ਼ਾ ਦਾ ਗਿਆਨ ਹੋਵੇਗਾ, ਜੇ ਸਿੱਖਿਆ ਹੋਵੇਗੀ ਉਹ ਅਧੂਰੀ ਰਹੇਗੀ, ਪੂਰਨ ਤੌਰ ਤੇ ਨਹੀਂ ਲੈ ਸਕਦੇ। ਹੁਣ ਮੈਂ ਅੱਗੇ ਵੀ ਦੱਸਦਾ ਜਾਊਂਗਾ, ਬਹੁਤ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਣ ਵਾਲਾ। ਉਸ ਤੋਂ ਬਾਅਦ ਕੀ ਹੈ, ਪਾਠ ਪੁਸਤਕਾਂ ਦਾ ਗਿਆਨ ਪ੍ਰਾਪਤ ਸਾਧਨ, ਸੌਰੀ, ਪਾਠ ਪੁਸਤਕਾਂ ਗਿਆਨ ਪ੍ਰਾਪਤੀ ਦਾ ਸਭ ਤੋਂ ਮਹੱਤਵਪੂਰਨ ਤੇ ਬਹੁਤ ਵਧੀਆ ਸਾਧਨ ਹੈ। ਕੀ ਆ, ਵਧੀਆ ਸਾਧਨ ਹੈ, ਜਿੱਥੋਂ ਪਾਠ ਪੁਸਤਕਾਂ ਕੀ ਨੇ, ਆਪਾਂ ਅਗਰ ਤਿਆਰੀ ਕਰਦੇ ਆ, ਆਪਾਂ ਪੀਐਸ ਟੈਟ ਦੀ ਸਵਰਨ ਕਿਤਾਬ ਹੋ ਗਈ, ਹੈ ਜੀ, ਪੀਐਸ ਟੈਟ ਦੀ ਸਵਰਨ ਕਿਤਾਬ ਹੋ ਗਈ, ਅਰੀ ਹੰਤ ਕਿਤਾਬ ਹੋ ਗਈ, ਇਸ ਤਰ੍ਹਾਂ ਦੀਆਂ ਕਿਤਾਬਾਂ ਦੇਖਣ ਨੂੰ ਮਿਲਦੀਆਂ ਨੇ। ਤਾਂ ਇਹ ਕਿਤਾਬਾਂ ਕੀ ਨੇ, ਇਹਦੇ ਵਿੱਚ ਆਪਾਂ ਨੂੰ ਕੀ ਹੈ, ਪਾਠ ਪੁਸਤਕ ਇਹਨਾਂ ਨੇ ਇੱਕ ਤਰ੍ਹਾਂ ਦੀਆਂ, ਜਿੱਥੋਂ ਕਿ ਆਪਾਂ ਕੀ ਕਰਦੇ ਆ, ਤਿਆਰੀ ਕਰਦੇ ਆ ਕਿਸ ਦੀ, ਪੀਐਸ ਟੈਟ ਤੇ ਸੀ ਟੈਟ ਦੀ। ਆ ਦੇਖੋ ਪੀਐਸ ਟੈਟ ਤੇ ਸੀ ਟੈਟ ਦੀ ਤਿਆਰੀ ਕਰਦੇ ਜਿੱਥੋਂ ਆਪਾਂ, ਤੇ ਉਹ ਕੀ ਨੇ, ਆਪਾਂ ਨੂੰ ਗਿਆਨ ਪ੍ਰਾਪਤੀ ਦਾ ਵਧੀਆ ਸਾਧਨ ਹੈ। ਉਸ ਤੋਂ ਬਾਅਦ ਅੱਗੇ ਹੈ ਆਪਣੇ ਕੋਲੇ ਸਿੱਖਿਆ ਵਿੱਚ ਸੌਖ ਤੇ ਆਸਾਨੀ ਰਹਿੰਦੀ ਹੈ। ਕਿਵੇਂ ਰਹਿੰਦੀ ਹੈ, ਦੇਖੋ ਹੁਣ ਮੈਂ ਤੁਹਾਨੂੰ ਕਹਤਾ ਇਹ ਕਿਤਾਬਾਂ ਲੈ ਲਓ ਤੁਸੀਂ, ਇਹ ਕਿਤਾਬ ਲੈ ਲਈ, ਪੁਸਤਕਾਂ ਲੈ ਲਈਆਂ ਤੁਸੀਂ, ਹੁਣ ਪੁਸਤਕਾਂ ਦੇ ਵਿੱਚ ਤੁਸੀਂ ਪੜ੍ਹੋਗੇ, ਤੁਹਾਨੂੰ ਪੂਰੀ ਤਰ੍ਹਾਂ ਪੂਰੀ ਜਾਣਕਾਰੀ ਇਹਦੇ ਵਿੱਚ ਦਿੱਤੀ ਜਾਏਗੀ, ਪੂਰੀ ਕੀ ਆ ਸਮਰੀ ਦਿੱਤੀ ਜਾਏਗੀ, ਜਾਂ ਆਪਾਂ ਕਹਿ ਸਕਦੇ ਸਾਰ ਦਿੱਤਾ ਜਾਏਗਾ। ਉਹਦੇ ਵਿੱਚ ਪਰਿਭਾਸ਼ਾ ਦੇਖਣ ਨੂੰ ਮਿਲੇਗੀ, ਉਹ 'ਚ ਜਿਹੜੇ ਸਿਧਾਂਤ ਦੇਖਣ ਨੂੰ ਮਿਲਣਗੇ। ਉਹਦੇ ਨਾਲ ਪ੍ਰਸ਼ਨ MCQ ਸੈਸ਼ਨ ਮਿਲੇਗਾ, MCQ ਕੁਐਸਚਨ ਮਿਲਣਗੇ ਆਪਾਂ ਨੂੰ, MCQ ਕੁਐਸਚਨ ਮਿਲਣਗੇ। ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਜਿਹੜੀਆਂ ਕਿ ਬਹੁਤ ਸਾਰੀਆਂ ਖੂਬੀਆਂ ਆਪਾਂ ਨੂੰ ਕਿੱਥੋਂ ਮਿਲਦੀਆਂ ਨੇ, ਕਿਤਾਬ ਦੇ ਵਿੱਚ, ਬੁੱਕ ਦੇ ਵਿੱਚ, ਪਾਠ ਪੁਸਤਕ ਦੇ ਵਿੱਚ, ਜਿੱਥੇ ਕਿ ਆਪਾਂ ਨੂੰ ਸੌਖਾ ਹੁੰਦਾ, ਸਿੱਖਣਾ ਸੌਖਾ ਜਾਂਦਾ ਤੇ ਆਸਾਨ ਹੋ ਜਾਂਦਾ। ਕੀ ਕਰਦੀਆਂ, ਸਿੱਖਣ ਦੇ ਵਿੱਚ ਸੌਖ ਤੇ ਆਸਾਨੀ ਰਹਿੰਦੀਆਂ ਨੇ ਕਿਤਾਬਾਂ, ਇਹ ਆਪਾਂ ਨੂੰ ਪਤਾ ਆ। ਉਸ ਤੋਂ ਬਾਅਦ ਕੀ ਆ, ਪਾਠ ਪੁਸਤਕ ਵਿੱਚ ਸਾਰੀਆਂ ਚੀਜ਼ਾਂ ਜਾਂ ਵਿਸ਼ੇ ਕ੍ਰਮਬੰਧ ਹੁੰਦੇ ਨੇ। ਕ੍ਰਮਬੰਧ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਸੋਚੇ ਕ੍ਰਮਬੰਧ ਕਿਵੇਂ ਹੁੰਦੇ ਆ। ਜਦੋਂ ਆਪਾਂ ਗੱਲ ਕਰੀਏ, ਆਪਾਂ 5ਵੀਂ ਕਲਾਸ ਦੇ ਵਿੱਚ ਸੀਗੇ, ਜਾਂ ਹੁਣ ਆਪਾਂ 6th ਕਲਾਸ ਦੇ ਵਿੱਚ ਆ, ਜਾਂ 6ਵੀਂ 7ਵੀਂ 8ਵੀਂ ਆ, ਤਾਂ ਉਹਦੇ ਵਿੱਚ ਕੀ ਆ, ਪੰਜਾਬੀ ਕਿਤਾਬ ਦੀ ਗੱਲ ਕਰਦੀ ਹੈ, ਪਾਠ ਪੁਸਤਕ ਦੀ ਗੱਲ ਕਰਦੀ ਹੈ ਪੰਜਾਬੀ ਦੇ ਵਿੱਚ। ਦੇਖੋ ਸਭ ਤੋਂ ਪਹਿਲਾਂ ਕਵਿਤਾ ਦੇਖਣ ਨੂੰ ਮਿਲਦੀ ਆਪਾਂ ਨੂੰ, ਜਿੱਥੇ ਕਿ ਬੱਚਿਆਂ ਦੀ ਕੀ ਆ ਰੁਚੀ ਬਣੀ ਰਹੇ, ਕਵਿਤਾ ਦਿੱਤੀ ਜਾਂਦੀ ਜਿਹੜੇ ਕਿ ਸਾਰੇ ਬੋਲਦੇ, ਫਿਰ ਉਸ ਤੋਂ ਇੱਕ ਛੋਟਾ ਜਿਹਾ ਪਾਠ ਦਿੱਤਾ ਜਾਂਦਾ ਆ, ਉਹ ਵੀ ਬਹੁਤ ਰਚਨਾਤਮਕ ਹੁੰਦਾ, ਰੁਚੀ ਵਾਲਾ ਹੁੰਦਾ। ਕੀ ਹੁੰਦਾ, ਇੱਕ ਪਾਠ ਦੇ ਦਿੰਦੇ ਆ, ਉਸ ਤੋਂ ਬਾਅਦ ਇੱਕ ਲੇਖ ਦੇ ਦਿੰਦੇ ਆ, ਲੇਖ ਤੋਂ ਬਾਅਦ ਪਾਠ ਦੇ ਵਿੱਚ ਕਹਾਣੀ ਕਹਿ ਰਿਹਾ, ਕਹਾਣੀ ਦੇ ਦਿੰਦੇ ਆ, ਕਹਾਣੀ ਦੇਤੀ, ਉਸ ਤੋਂ ਬਾਅਦ ਲੇਖ ਦੇ ਦਿੰਦੇ ਆ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਨਾਨਕ ਦੇਵ ਜੀ ਦਾ ਇਸ ਤਰ੍ਹਾਂ ਦਾ ਲੇਖ ਦੇਖਣ ਨੂੰ ਮਿਲਦਾ। ਫਿਰ ਕਵਿਤਾ ਆ ਜਾਂਦੀ ਹੈ, ਠੀਕ ਹੈ ਜੀ, ਫਿਰ ਕਵਿਤਾ ਆ ਜਾਂਦੀ ਹੈ, ਫਿਰ ਕੋਈ ਪਾਠ ਆ ਜਾਏਗਾ, ਕਹਾਣੀ ਆ ਜਾਏਗੀ, ਇਸ ਤਰ੍ਹਾਂ ਦੇਖੋ, ਕਿਉਂਕਿ ਏਦਾਂ ਜਿਹੜੇ ਕਿ ਇੱਕ ਦੂਜੇ ਦੇ ਉਲਟ ਚੱਲਦੀਆਂ ਨੇ, ਪਹਿਲਾਂ ਕਵਿਤਾ ਆ ਗਈ, ਫਿਰ ਕਹਾਣੀ ਆ ਗਈ, ਫਿਰ ਲੇਖ ਆ ਗਿਆ, ਫਿਰ ਕਵਿਤਾ ਆ ਗਈ, ਤਾਂ ਜੋ ਬੱਚਿਆਂ ਦੀ ਕੀ ਆ ਰੁਚੀ ਬਣੀ ਰਹੇ, ਬੱਚਾ ਇੱਕ ਚੀਜ਼ ਨੂੰ ਲੈ ਕੇ ਅੱਕੇ ਨਾ, ਅੱਕ ਜਾਂਦਾ ਨਾ। ਦੇਖੋ ਕਵਿਤਾ ਪੜ੍ਹਾਈ ਜਾਈਏ, ਅੱਜ ਕਵਿਤਾ ਪੜ੍ਹਾਤੀ, ਕੱਲ ਵੀ ਕਵਿਤਾ ਪੜ੍ਹਾਤੀ, ਪਰਸੋਂ ਵੀ ਪੜ੍ਹਾਤੀ, ਤਾਂ ਏਦਾਂ ਬੱਚੇ ਦੀ ਕੀ ਆ ਰੁਚੀ ਖਤਮ ਹੋ ਜਾਏਗੀ ਨਾ, ਬੱਚਾ ਅੱਕ ਜਾਏਗਾ, ਬੱਚੇ ਦਾ ਮਨ ਨਹੀਂ ਕਰੇਗਾ ਵੀ ਕਵਿਤਾ ਪੜ੍ਹਾਂ। ਇਸ ਕਰਕੇ ਉਹਨੂੰ ਕ੍ਰਮਬੱਧ ਰੱਖਿਆ ਜਾਂਦਾ, ਕਿਉਂਕਿ ਉਹਦੇ ਵਿੱਚ ਕਵਿਤਾ ਦੇਖਣ ਨੂੰ ਮਿਲਦੀ, ਕਹਾਣੀਆਂ, ਲੇਖ, ਤਾਂ ਇਸ ਤਰ੍ਹਾਂ ਦੇ ਦੇਖਣ ਨੂੰ ਮਿਲਦੇ ਨੇ, ਜਿਹੜਾ ਅੱਜ ਕੱਲ੍ਹ ਆਪਾਂ ਕਿਤਾਬ ਵੀ ਕਿਸੇ ਕਲਾਸ ਦੀ ਚੱਕ ਕੇ ਦੇਖ ਸਕਦੇ ਹਾਂ। ਉਹਦੇ ਨਾਲ ਕੀ ਆ, ਬੱਚਿਆਂ ਦੀ ਰੁਚੀ ਬਣੀ ਰਹਿੰਦੀ ਆ। ਅੱਗੇ ਹੈ ਪਾਠ ਪੁਸਤਕ ਮੌਲਿਕ ਚਿੰਤਨ, ਚੰਗੀ ਸੋਚ, ਮਤਲਬ ਮੌਲਿਕ, ਜਿਹੜੀ ਕਦੇ ਮੌਲਿਕ ਦੀ ਗੱਲ ਕਰਦੇ ਜਿਹੜੀ ਵੀ ਉਹਦੇ ਹੁੰਦੇ ਨੇ, ਤਾਂ ਮੌਲਿਕ ਚਿੰਤਨ ਜਾਂ ਚੰਗੀ ਸੋਚ ਦਾ ਆਧਾਰ ਬਣਦੀ ਹੈ, ਬਿਲਕੁਲ। ਕਿਉਂਕਿ ਆਪਾਂ ਨੂੰ ਕਿਤਾਬਾਂ ਦੇ ਵਿੱਚੋਂ ਕੀ ਮਿਲਦੀਆਂ, ਵਿਚਾਰ ਮਿਲਦੇ ਨੇ। ਸਭ ਤੋਂ ਪਹਿਲਾਂ ਆਪਾਂ ਨੂੰ ਕੀ ਮਿਲਦੇ ਆ, ਵਿਚਾਰ ਮਿਲਦੇ ਨੇ, ਆਪਣੀ ਸੋਚ ਬਦਲ ਜਾਂਦੀ ਹੈ, ਕਿਉਂਕਿ ਵਿਚਾਰ ਚੰਗੇ ਮਿਲਣਗੇ, ਸੋਚ ਬਦਲੇਗੀ। ਉਸ ਤੋਂ ਬਾਅਦ ਜੋ ਵੀ ਆਪਣੀਆਂ ਕੀ ਹੁੰਦੀਆਂ ਨੇ, ਡਿਊਟੀ ਹੁੰਦੀ ਆ, ਜਾਂ ਆਪਾਂ ਕਹਿ ਸਕਦੇ ਹਾਂ ਆਪਣੀਆਂ ਕਰਤੱਵ ਹੁੰਦੇ ਆ, ਠੀਕ ਹੈ ਜੀ, ਕਰਤੱਵ ਹੁੰਦੇ ਨੇ। ਕਰਤੱਵ ਆਪਾਂ ਨੂੰ ਕਿੱਥੋਂ ਪਤਾ ਲੱਗਦੇ ਨੇ, ਕਿਤੇ ਨਾ ਕਿਤੇ ਕਿਤਾਬਾਂ ਤੋਂ, ਤੇ ਉਸ ਦੇ ਨਾਲ ਕੀ ਆਪਣੀ ਚੰਗੀ ਸੋਚ ਪੈਦਾ ਹੁੰਦੀ ਹੈ, ਠੀਕ ਹੈ। ਅਗਰ ਪਾਠ ਪੁਸਤਕ ਦੀ ਗੱਲ ਕਰੀਏ, ਉਹਦੇ ਨਾਲ ਆਪਣੀ ਚੰਗੀ ਸੋਚ ਬਣੇਗੀ। ਆਪਾਂ ਇਹ ਵੀ ਸੋਚਦੇ ਹਾਂ, ਅਗਰ ਕਿਸੇ ਨੇ ਬਹੁਤ ਜ਼ਿਆਦਾ ਕਿਤਾਬਾਂ ਪੜ੍ਹੀਆਂ ਨੇ, ਪੁਸਤਕਾਂ ਪੜ੍ਹੀਆਂ ਨੇ, ਤਾਂ ਉਸਦੀ ਸੋਚ ਕੀ ਹੋਏਗੀ, ਬਹੁਤ ਹੀ ਕੀ ਹੋਗੀ, ਲੰਮੀ ਚੌੜੀ ਹੋਵੇਗੀ। ਮਤਲਬ ਕਹਿਣ ਦਾ ਕੀ ਆ, ਬਹੁਤ ਡੂੰਘਾਈ ਵਾਲੀ ਹੋਵੇਗੀ, ਉਹ ਬਹੁਤ ਹੀ ਉੱਚ ਵਿਦਵਾਨ ਹੋਏਗਾ, ਉੱਚ ਵਿਅਕਤੀ ਹੋਵੇਗਾ, ਉੱਚ ਸੋਚ ਦਾ ਵਿਅਕਤੀ ਹੋਏਗਾ। ਉਹਦੀ ਸੋਚ ਬਿਲਕੁਲ ਵੱਖ ਹੋ ਜਾਏਗੀ, ਉਹ ਚੰਗੀਆਂ ਚੀਜ਼ਾਂ ਸੋਚੇਗਾ, ਚੰਗਾ ਕਰਨ ਦੇ ਬਾਰੇ ਸੋਚੇਗਾ, ਕਿਉਂਕਿ ਚੰਗੀ ਸੋਚ ਉਹਦੇ ਅੰਦਰ
ਵਿਕਸਿਤ ਹੋਗੀ। ਤਾਂ ਇਹਦਾ ਕੀ ਆ, ਪਾਠ ਪੁਸਤਕਾਂ ਮੌਲਿਕ ਚਿੰਤਨ ਜਾਂ ਫਿਰ ਚੰਗੀ ਸੋਚ ਦਾ ਆਧਾਰ ਬਣਦੀਆਂ ਨੇ। ਜਿਹੜੇ ਕਿ ਆਪਾਂ ਵਿਚਾਰ ਪੜ੍ਹਦੇ ਕਿਸੇ ਵੀ ਮਨੋਵਿਗਿਆਨੀ ਦਾ ਲਗਾ ਲਈਏ, ਕਿਸੇ ਧਰਮ ਗੁਰੂ ਦਾ ਲਗਾ ਲਈਏ, ਕਿਸੇ ਅਧਿਆਪਕ ਦੀ ਸੋਚ ਲਗਾ ਲਈਏ, ਉਸ ਦੇ ਨਾਲ ਬੱਚੇ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਬਿਲਕੁਲ ਅਗਲਾ ਪੁਆਇੰਟ ਵੀ ਇਸ ਨਾਲ ਜੁੜਿਆ ਹੋਇਆ ਕਿ ਵਿਦਵਾਨਾਂ ਦੇ ਵਿਚਾਰ ਸ਼ਾਮਲ ਹੋਣ ਕਾਰਨ ਸਾਡੇ ਵੀ ਵਿਚਾਰ ਬਦਲ ਜਾਂਦੇ ਨੇ। ਦੇਖੋ, ਮੈਂ ਚੰਗੀ ਸੋਚ ਦੀ ਗੱਲ ਕੀਤੀ ਹੈ, ਕਿਤੇ ਨਾ ਕਿਤੇ ਇਹ ਜਿਹੜਾ ਪੁਆਇੰਟ ਹੈ ਇਸ ਨਾਲ ਜੁੜਿਆ ਹੋਇਆ ਕਿ ਅਗਰ ਵਿਦਵਾਨਾਂ ਦੀ ਜਿਹੜੀਆਂ ਬਹੁਤ ਸਾਰੀਆਂ ਕਹਾਣੀਆਂ ਆਪਾਂ ਪੜ੍ਹਦੇ ਹਾਂ ਤੇ ਬਹੁਤ ਸਾਰੇ ਉਹਨਾਂ ਦੇ ਵਿਚਾਰ ਪੜ੍ਹਦੇ ਹਾਂ, ਕਿਤੇ ਨਾ ਕਿਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਥੋੜਾ ਬਹੁਤ ਅਹਿਮ ਹਿੱਸਾ ਨਿਭਾਉਂਦੇ ਨੇ। ਸ਼ਾਇਦ ਉਹੀ ਵਿਚਾਰਾਂ ਦੇ ਕਰਕੇ, ਉਹੀ ਉਹਨਾਂ ਦੀ ਸੋਚ ਕਰਕੇ ਆਪਣੀ ਵੀ ਸੋਚ ਬਦਲ ਸਕਦੀ ਹੈ, ਜਿਹੜੀ ਕਿ ਚੰਗੀ ਸੋਚ ਆਪਣੇ ਅੰਦਰ ਵਿਕਸਿਤ ਹੋ ਜਾਏਗੀ। ਜੇ ਕੋਈ ਪਾਠ ਪੁਸਤਕ ਪੜ੍ਹਦਾ ਹੈ, ਉਹਦੇ ਵਿੱਚ ਲਿਖਿਆ ਹੋਇਆ ਕਿ ਨਸ਼ੇ ਨਾ ਕਰੋ, ਨਸ਼ੇ ਬਹੁਤ ਹੀ ਖਰਾਬ ਨੇ, ਤਾਂ ਬਹੁਤ ਸਾਰੇ ਵਿਦਿਆਰਥੀਆਂ ਦਾ ਤਾਂ ਇਹ ਜਿਹੜੀ ਕਿ ਸੋਚ ਪੈਦਾ ਹੋਏਗੀ ਕਿ ਨਸ਼ੇ ਨਾਲ ਸਹੀ ਨਹੀਂ ਯਾਰ, ਇਹ ਖਰਾਬ ਕਰਦੇ ਨੇ। ਜਦੋਂ ਕਿ ਕਿਤਾਬ ਦੇ ਵਿੱਚ ਜਾਂ ਕਹਿ ਸਕਦੇ ਹਾਂ ਪੁਸਤਕ ਦੇ ਵਿੱਚ, ਤਾਂ ਪੁਸਤਕ ਦੇ ਵਿੱਚ ਕਹਾਣੀ ਲਿਖੀ ਹੈ, ਕਹਾਣੀ ਕਿਸੇ ਦੀ ਹੈ, ਮਤਲਬ ਕਿ ਕਿਸੇ ਖਿਡਾਰੀ ਦੀ ਹੈ, ਤਾਂ ਬੱਚਾ ਕੀ ਸੋਚੇਗਾ, ਖਿਡਾਰੀ ਬਣਨ ਦੇ ਬਾਰੇ ਸੋਚੇਗਾ, ਕਿਉਂਕਿ ਉਹ ਕਹਾਣੀ ਉਸਦੇ ਦਿਲ ਦੇ ਉੱਪਰ ਉਤਰ ਗਈ, ਦਿਲ ਦੇ ਉੱਤੇ ਜ਼ਿਆਦਾ ਪ੍ਰਭਾਵ ਪਾ ਗਈ। ਇਸ ਦਾ ਮਤਲਬ ਕੀ ਆ, ਕਹਾਣੀਆਂ, ਲੇਖ, ਕਵਿਤਾਵਾਂ ਕਿਤੇ ਨਾ ਕਿਤੇ ਸੋਚ ਬਦਲਣ ਦਾ ਕੰਮ ਕਰਦੀਆਂ ਵਿਦਿਆਰਥੀਆਂ ਦੇ ਅੰਦਰ। ਇਸੇ ਕਰਕੇ ਪਾਠ ਪੁਸਤਕ ਦੀ ਲੋੜ ਆਪਾਂ ਨੂੰ ਪਈ ਹੈ, ਤਾਂ ਜੋ ਆਪਣੇ ਅੰਦਰ ਵੀ ਸੋਚ ਬਦਲ ਸਕੇ, ਜੋ ਮਾੜੀਆਂ ਆਦਤਾਂ ਨਹੀਂ ਖਤਮ ਹੋ ਜਾਣ, ਚੰਗੀਆਂ ਆਦਤਾਂ ਆਪਾਂ ਅਪਣਾ ਲਈਏ। ਕਿਉਂਕਿ ਬਹੁਤ ਸਾਰੀਆਂ ਆਦਤਾਂ ਆਪਾਂ ਕਿਤਾਬਾਂ ਨੂੰ ਸੁਣ ਕੇ, ਬੋਲ ਕੇ, ਪੜ੍ਹ ਕੇ ਜਾਂ ਫਿਰ ਪੇਪਰ ਕਰਕੇ ਵੀ ਸਿੱਖਦੇ ਹਾਂ, ਜਿਹੜਾ ਕਿ ਸਕੂਲ ਦੇ ਵਿੱਚ ਹੀ ਆ। ਆਪਾਂ ਸਕੂਲ ਦੇ ਵਿੱਚ ਜਿਹੜੀ ਕਿ ਗੱਲ ਕਰੀਏ ਕਿਹੜੀ ਸਿੱਖਿਆ ਲੈਂਦੇ ਹਾਂ, ਤਾਂ ਉਹ 'ਚ ਰਸਮੀ ਆਵੇਗੀ। ਅਗਰ ਤੁਹਾਡੇ ਤੋਂ ਪੁੱਛਿਆ ਗਿਆ, ਮੈਂ ਪਹਿਲਾਂ ਕਰਾ ਚੁੱਕਿਆ, ਰਸਮੀ ਹੋਵੇਗੀ। ਗੈਰ ਰਸਮੀ ਸਿੱਖਿਆ ਕਿਹੜੀ ਹੋਵੇਗੀ? ਅਗਰ ਗੈਰ ਰਸਮੀ ਤੁਹਾਡੇ ਤੋਂ ਪੁੱਛਿਆ ਗਿਆ, ਤਾਂ ਗੈਰ ਰਸਮੀ ਕਿਹੜੀ ਹੋਵੇਗੀ? ਦੱਸ ਦਿੰਦਾ ਜੀ। ਗੈਰ ਰਸਮੀ ਉਹ ਹੁੰਦੀ ਆ ਜਿਹੜੀ ਕਿ ਆਪਾਂ ਘਰੋਂ, ਪਰਿਵਾਰ ਤੋਂ ਜਾਂ ਫਿਰ ਆਂਢ ਗੁਆਂਢ ਤੋਂ, ਆਲੇ ਦੁਆਲੇ ਤੋਂ ਸਿੱਖਦੇ ਹਾਂ। ਅਗਰ ਆਪਾਂ ਰਸਮੀ ਦੀ ਗੱਲ ਕਰੀਏ, ਰਸਮੀ ਕਿੱਥੋਂ ਸਿੱਖਦੇ ਹਾਂ? ਸਕੂਲ ਦੇ ਵਿੱਚੋਂ, ਮੁੱਖ ਤੌਰ ਤੇ ਸਕੂਲ ਦੇ ਵਿੱਚੋਂ। ਠੀਕ ਹੈ ਜੀ, ਸਕੂਲ ਦੇ ਵਿੱਚੋਂ ਸਿੱਖਦੇ ਹਾਂ। ਇਸੇ ਤਰ੍ਹਾਂ ਹੀ ਜ਼ਰੂਰੀ ਹੈ ਰਸਮੀ ਤੇ ਗੈਰ ਰਸਮੀ। ਮੈਂ ਕਰਾ ਚੁੱਕਿਆ ਗੈਰ ਰਸਮੀ ਤੇ ਗੈਰ ਰਸਮੀ ਦੇ ਵਿੱਚ ਅੰਤਰ ਕੀ ਹੈ। ਅੱਗੇ ਚੱਲਾਂਗੇ। ਪਾਠ ਪੁਸਤਕਾਂ ਗਿਆਨ ਦਾ ਸਥਾਈ ਕਰਨ ਦੇ ਲਈ ਸਹਾਇਤਾ ਕਰਦੀਆਂ ਨੇ। ਪਾਠ ਪੁਸਤਕਾਂ ਗਿਆਨ ਨੂੰ ਸਥਾਈ ਕਰਨ ਦੇ ਵਿੱਚ, ਮਤਲਬ ਕਿ ਆਪਾਂ ਪੱਕੇ ਤੌਰ ਤੇ ਯਾਦ ਕਰ ਸਕਦੇ ਹਾਂ, ਸਥਾਈ ਕਰ ਦਿੰਦੀ, ਆਪਣੇ ਗਿਆਨ ਨੂੰ ਕੀ ਕਰ ਦਿੰਦੀ ਆ? ਪੱਕਾ। ਦੇਖੋ ਜੀ, ਆਪਣੇ ਗਿਆਨ ਨੂੰ ਪੱਕਾ ਕਰਦੀਆਂ ਨੇ। ਠੀਕ ਹੈ ਜੀ, ਗਿਆਨ ਨੂੰ ਕੀ ਕਰਦੀਆਂ ਨੇ? ਪੱਕਾ। ਹੁਣ ਇੱਥੇ ਮੈਂ ਗਿਆਨ ਵੀ ਲਿਖ ਦਿੰਦਾ। ਠੀਕ ਹੈ, ਗਿਆਨ ਨੂੰ ਪੱਕਾ ਕੌਣ ਕਰਦੀਆਂ ਨੇ? ਪਾਠ ਪੁਸਤਕਾਂ। ਜੇਕਰ ਆਪਾਂ ਨੂੰ ਕਿਸੇ ਨੇ, ਮੈਂ ਤੁਹਾਨੂੰ ਪੜ੍ਹਾਤਾ, ਇੱਥੇ ਲੈਕਚਰ ਕਰਵਾਤਾ, ਚਲੋ ਹੁਣ ਦੇਖੋ ਮੈਂ ਲੈਕਚਰ ਕਰਵਾਤਾ, ਤੁਹਾਨੂੰ ਚੰਗੀ ਤਰ੍ਹਾਂ ਸਮਝਾਤਾ, ਤੁਹਾਡੇ ਸਮਝ ਆ ਜਾਏਗਾ। ਤੁਸੀਂ ਸੋਚੋਗੇ ਨਹੀਂ ਯਾਰ ਹੁਣ ਪੜ੍ਹਨ ਦੀ ਲੋੜ ਨਹੀਂ ਹੈ। ਜਦੋਂ ਤੁਸੀਂ 1-2 ਦਿਨਾਂ ਬਾਅਦ ਇਹੀ ਚੀਜ਼ ਪੜ੍ਹੋਗੇ ਨਾ, ਕਹੋਗੇ ਯਾਰ ਆਹ ਚੀਜ਼ ਕੀ ਸੀਗੀ। ਸਥਾਈ ਕਰਨ ਦਾ ਮਤਲਬ ਸਥਾਈ ਕੀ ਹੋਏਗਾ ਇਹਦੇ ਵਿੱਚ, ਹਨਾ? ਤਾਂ ਪਾਠ ਪੁਸਤਕਾਂ ਕੀ ਹੁੰਦੀਆਂ ਨੇ, ਰਸਮੀ ਗੈਰ ਰਸਮੀ ਕੀ ਹੁੰਦੀਆਂ ਨੇ। ਜੇਕਰ ਤੁਹਾਡੇ ਕੋਲ ਇਹ ਚੀਜ਼ ਲਿਖੀ ਹੋਈ, ਤੁਸੀਂ ਚੱਕ ਕੇ ਕਾਪੀ ਦੇਖ ਲਓਗੇ, ਫਿਰ ਯਾਦ ਕਰ ਲਓਗੇ, ਫਿਰ ਪਟਕ ਦੇਣੀ, ਚੁਟਕੀ ਵੱਜ, ਜਿੱਦਾਂ ਚੁਟਕੀ ਵੱਜਦੀ ਨਾ, ਇਸੇ ਤਰ੍ਹਾਂ ਹੀ ਤੁਹਾਡੇ ਯਾਦ ਆ ਜਾਏਗਾ। ਹਾਂਜੀ ਹਾਂ ਯਾਰ, ਸਰ ਨੇ ਇਸ ਤਰ੍ਹਾਂ ਦੱਸਿਆ ਸੀ, ਇਹਦਾ ਜਿਹੜਾ ਗਿਆਨ ਪੱਕਾ ਹੁੰਦਾ ਆ। ਇਸ ਕਰਕੇ ਕਹਿ ਰਹੇ ਆ, ਮੈਂ ਨੋਟਸ ਪ੍ਰੋਵਾਈਡ ਇਸ ਕਰਕੇ ਨਹੀਂ ਕਰਦਾ। ਬਹੁਤ ਸਾਰੇ ਕਹਿੰਦੇ ਆ ਵੀ ਤੁਸੀਂ ਨੋਟਸ ਪ੍ਰੋਵਾਈਡ ਕਰੋ ਜਾਂ ਫਿਰ ਤੁਸੀਂ ਜੋ PDF ਪ੍ਰੋਵਾਈਡ ਕਰੋ, ਨਹੀਂ, ਤੁਸੀਂ ਆਪ ਬਣਾਓ ਯਾਰ, ਤਾਂ ਜੋ ਤੁਹਾਡੇ ਯਾਦ ਰਹਿ ਸਕੇ। ਇਸੇ ਕਰਕੇ ਗਿਆਨ ਨੂੰ ਪੱਕਾ ਕਿਵੇਂ ਕਰਦੀਆਂ ਨੇ? ਜੇਕਰ ਆਪਾਂ ਉਹਨੂੰ ਘਰੇ ਜਾ ਕੇ ਪੜਾਂਗੇ, ਉਸਨੂੰ ਬਾਅਦ ਦੇ ਵਿੱਚ ਲੈਕਚਰ ਅੱਜ ਦੇਤਾ, ਤੁਸੀਂ ਜਾ ਕੇ ਪੜੋਗੇ, ਤੁਹਾਡਾ ਗਿਆਨ ਕੀ ਹੋ ਗਿਆ? ਸਥਾਈ ਹੋਏਗਾ। ਇਹ ਕਿੱਥੋਂ ਹੋ ਰਿਹਾ? ਪਾਠ ਪੁਸਤਕਾਂ ਤੋਂ ਹੋ ਰਿਹਾ। ਮੈਂ ਵੀ ਅੱਜ ਪਾਠ ਪੁਸਤਕਾਂ ਤੋਂ ਪੜ੍ਹਾ ਰਿਹਾ ਨਾ, ਕਿਉਂਕਿ ਮੈਂ ਵੀ ਕਦੇ ਇਹ ਚੀਜ਼ ਪੜ੍ਹੀ ਹੈ, ਇਹ ਸ਼ਬਦ ਪੜ੍ਹੇ ਨੇ, ਇਹ ਜਿਹੜਾ ਕਿ ਉਪ ਵਿਸ਼ਾ ਪੜ੍ਹਿਆ, ਇਸੇ ਕਰਕੇ ਮੇਰੇ ਅੱਜ ਚੇਤੇ ਆ, ਮੇਰਾ ਸਥਾਈ ਹੋ ਗਿਆ। ਕੀ ਹੋ ਗਿਆ? ਜੇਕਰ ਮੈਂ ਪਾਠ ਪੁਸਤਕਾਂ ਪੜ੍ਹੀਆਂ ਨੇ, ਮੇਰਾ ਗਿਆਨ ਕੀ ਹੋ ਗਿਆ? ਸਥਾਈ ਹੋ ਗਿਆ। ਤੇ ਅੱਜ ਸਥਾਈ ਹੋਣ ਦੇ ਨਾਲ ਕਰਕੇ ਇੱਕ ਮਤਲਬ ਪੱਕਾ ਹੋ ਗਿਆ, ਤੇ ਪੱਕੇ ਹੋਣ ਦੇ ਕਰਕੇ ਮੈਂ ਤੁਹਾਨੂੰ ਪੜ੍ਹਾ ਰਿਹਾ। ਇੱਥੇ ਸਮਝੋ, ਬਸ ਤੁਸੀਂ ਇੱਥੇ ਚੀਜ਼ ਸਮਝੋ ਕਿ ਗਿਆਨ ਪੱਕਾ ਹੋ ਜਾਏਗਾ। ਹਾਂਜੀ, ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰ ਰਿਹਾ, ਆਈ ਹੋਪ ਵਧੀਆ ਸਮਝ ਲੱਗਦਾ ਹੋਏਗਾ। ਅੱਗੇ ਹੈ ਪਾਠ ਪੁਸਤਕਾਂ ਮਨੋਰੰਜਨ ਦਾ ਵਧੀਆ ਸਾਧਨ ਨੇ। ਬਿਲਕੁਲ ਬਿਲਕੁਲ ਸਹੀ ਹੈ। ਪਾਠ ਪੁਸਤਕਾਂ ਕੀ ਨੇ? ਮਨੋਰੰਜਨ ਦਾ ਸਾਧਨ ਨੇ। ਕੀ ਆ? ਮਨੋਰੰਜਨ ਹੁੰਦਾ, ਬੱਚੇ ਰੁਚੀ ਲੈਂਦੇ ਨੇ, ਬਹੁਤ ਸਾਰੀਆਂ ਕਹਾਣੀਆਂ ਰੋਮਾਂਚਿਕ ਹੁੰਦੀਆਂ, ਮਨੋਰੰਜਨ ਕਰਦੀਆਂ ਨੇ, ਸਭ ਨੂੰ ਪਤਾ। ਇਸ ਕਰਕੇ ਨਾਵਲ, ਆਪਾਂ ਵੱਡੀ ਕਲਾਸ ਦੇ ਵਿੱਚ, ਉੱਚ ਕਲਾਸ ਦੇ ਵਿੱਚ ਚੱਲਦੇ ਹਾਂ, ਨਾਵਲ ਦੀ ਗੱਲ ਕਰਦੇ ਹਾਂ, ਨਾਵਲ ਪੜ੍ਹਦੇ ਹਾਂ, ਬਹੁਤ ਸਾਰੀਆਂ ਕਹਾਣੀਆਂ ਚੱਲਦੀਆਂ, ਕਹਾਣੀਆਂ ਪੜ੍ਹਦੇ ਹਾਂ, ਜਿਸ ਨਾਲ ਕੀ ਹੈ? ਇੱਕ ਮਨੋਰੰਜਨ ਹੁੰਦਾ, ਤੇ ਮਨੋਰੰਜਨ ਅੱਗੇ ਜਾ ਕੇ ਕੀ ਕਰਦੀਆਂ? ਆਪਣੀ ਸੋਚ ਵੀ ਵਿਕਸਿਤ ਕਰ ਦਿੰਦੀਆਂ। ਸੋਚ
ਵਿਕਸਿਤ ਕਰ ਦਿੰਦੇ ਆ, ਸੋਚ ਦੇ ਅੰਦਰ ਵਿਕਾਸ ਹੋ ਜਾਂਦਾ ਆ। ਵਿਕਾਸ ਦੀ ਗੱਲ ਆ, ਸੋਚ ਬਦਲ ਜਾਂਦੀ ਹੈ। ਠੀਕ ਹੈ ਜੀ, ਇੱਥੇ ਸਮਝਿਆ ਕਰੋ। ਉਸ ਤੋਂ ਬਾਅਦ ਇਹ ਕੀ ਹੈ, ਪਾਠ ਪੁਸਤਕਾਂ ਕਰਕੇ, ਜਿਹੜੀਆਂ ਪਾਠ ਪੁਸਤਕਾਂ ਉਹਨਾਂ ਦੇ ਕਰਕੇ ਸਵੈ ਅਧਿਆਨ, ਹਾਂਜੀ ਕੀ ਕਹਿ ਸਕਦੇ, ਸੈਲਫ ਸਟੱਡੀ, ਅੰਗਰੇਜ਼ੀ ਦੇ ਵਿੱਚ ਆਪਾਂ ਕਹਿ ਸਕਦੇ ਨਾ ਸੈਲਫ ਸਟੱਡੀ। ਦੇਖੋ ਹੁਣ ਸੈਲਫ ਸਟੱਡੀ ਦੀ ਗੱਲ ਕਰਦੇ, ਸਵੈ ਅਧਿਆਨ ਦੀ ਗੱਲ ਕਰਦੇ, ਆਦਤ ਪੈ ਜਾਂਦੀ ਹੈ। ਜੇ ਆਪਣੇ ਕੋਲੇ ਕੁਝ ਪੜ੍ਹਨ ਨੂੰ ਹੋਵੇਗਾ ਨਹੀਂ, ਦੇਖੋ ਪੜ੍ਹਨ ਨੂੰ ਆਪਣੇ ਕੋਲ ਹੀ ਆ ਪਾਠ ਪੁਸਤਕਾਂ ਨੇ, ਜੇ ਨਾ ਹੋਵੇਗਾ ਆਪਾਂ ਪੜ੍ਹਨ ਸੈਲਫ ਸਟੱਡੀ ਕਰ ਸਕਾਂਗੇ, ਸਵੈ ਅਧਿਆਨ ਕਰ ਸਕਾਂਗੇ, ਬਿਲਕੁਲ ਵੀ ਨਹੀਂ। ਜੇਕਰ ਮੇਰੇ ਕੋਲੇ ਮਟੀਰੀਅਲ ਨਹੀਂ ਹੈ, ਕੋਈ ਪੜ੍ਹਨ ਦੇ ਲਈ ਕੰਟੈਂਟ ਨਹੀਂ ਹੈ, ਮੈਂ ਕਿੱਥੋਂ ਪੜ੍ਹੂੰਗਾ। ਜੇ ਮੇਰੇ ਕੋਲ ਲਿਖਤੀ ਰੂਪ ਦੇ ਵਿੱਚ ਕੋਈ ਕੰਟੈਂਟ ਨਹੀਂ ਹੈ, ਕਿਤਾਬ ਨਹੀਂ ਹੈ, ਮੈਂ ਪੀਐਸ ਟੈਟ ਦੀ ਤਿਆਰੀ ਕਰਦਾ ਜਾਂ ਸੀ ਟੈਟ ਦੀ, ਮੇਰੇ ਕੋਲ ਕਿਤਾਬ ਨਹੀਂ ਹੈ, ਮੈਂ ਕਿੱਥੋਂ ਤਿਆਰੀ ਕਰੂੰਗਾ ਯਾਰ। ਜੇ ਮੈਨੂੰ ਅਧਿਆਪਕ ਪੜ੍ਹਾਇਆ ਹੋਇਆ, ਮੈਂ ਦੇਖ ਕੇ ਉਹਨੂੰ ਨੋਟਸ ਬਣਾਉਂਗਾ, ਤੇ ਉਸੇ ਤਰ੍ਹਾਂ ਹੀ ਫਿਰ ਨੋਟਸ ਨੂੰ ਮੈਂ ਜਦੋਂ ਬਾਅਦ ਦੇ ਵਿੱਚ ਪੜ੍ਹੂੰਗਾ, ਮੇਰੇ ਟੱਕ ਦਿਨ ਯਾਦ ਹੋ ਜਾਏਗਾ। ਉਹ ਕੀ ਸਵੈ ਅਧਿਐਨ ਆ, ਵੀ ਆਪਣੇ ਆਪ ਖੁਦ ਪੜ੍ਹਨ ਦੀ ਜਦੋਂ ਬੱਚਾ ਕੋਸ਼ਿਸ਼ ਕਰਦਾ, ਉਹ ਕਿਤਾਬਾਂ ਤੋਂ, ਉਹ ਪਾਠ ਪੁਸਤਕਾਂ ਤੋਂ ਉਹਦਾ ਸਵੈ ਅਧਿਐਨ ਦੀ ਆਦਤ ਪੈ ਜਾਂਦੀ ਆ। ਫਿਰ ਸਾਰਾ ਜਿਹੜਾ ਸਿਲੇਬਸ ਇੱਕ ਵਾਰੀ ਪੜ੍ਹਾਇਆ, ਉਹ ਫਿਰ ਆਪ ਪੜ੍ਹੇਗਾ, ਜੋ ਵੀ ਉਹਨੇ ਆਪਣੇ ਨੋਟਸ ਬਣਾਏ ਨੇ। ਉਸ ਤੋਂ ਬਾਅਦ ਕੀ ਹੈ, ਅਗਲਾ ਪੁਆਇੰਟ ਆ, ਪਾਠ ਪੁਸਤਕਾਂ ਸਸਤਾ ਤੇ ਵਧੀਆ ਸਾਧਨ ਨੇ। ਆਪਾਂ ਨੂੰ ਪਤਾ ਹੈ ਬਹੁਤ ਸਾਰੀਆਂ ਕਿਤਾਬਾਂ ਬਹੁਤ ਸਸਤੀਆਂ ਮਿਲ ਜਾਂਦੀਆਂ ਨੇ, ਪਰ ਆਪਾਂ ਗੱਲ ਕਰੀਏ ਸਾਇੰਸ ਨੂੰ ਲੈ ਕੇ, ਹਨਾ ਜੀ, ਸਾਇੰਸ ਨੂੰ ਲੈ ਕੇ, ਤਾਂ ਸਾਇੰਸ ਦੀਆਂ ਜਿਹੜੀਆਂ ਕਿਤਾਬਾਂ ਨੇ ਥੋੜ੍ਹੀਆਂ ਮਹਿੰਗੀਆਂ ਮਿਲਦੀਆਂ ਨੇ। ਜਿਵੇਂ ਕਿ ਪੀਐਸ ਟੈਟ ਦੀ ਗੱਲ ਕਰ ਲਈਏ, ਪੀਐਸ ਟੈਟ ਦੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਬਹੁਤ ਮਹਿੰਗੀਆਂ ਮਿਲਦੀਆਂ ਨੇ, ਫਿਰ ਵੀ ਜਿਵੇਂ ਕਿ ਫਿਰ ਵੀ ਕੋਈ ਇੰਨੀ ਨਹੀਂ ਹੈ, 500 ਦੀ ਮਿਲ ਜਾਂਦੀ ਆ, ਜਾਂ 600 ਦੀ ਕਿਤਾਬ ਮਿਲ ਜਾਏਗੀ ਆਰਾਮ ਨਾਲ, ਇੰਨਾ ਤਾਂ ਨਹੀਂ ਹੈ। 10,000 ਦੀ ਮਿਲੇਗੀ ਤੁਹਾਨੂੰ, 20,000 ਦੀ ਕਦੇ ਵੀ ਨਹੀਂ ਦੇਖਿਆ ਜਾਂਦਾ। ਪਰ ਆਪਾਂ ਫੋਨ ਲੈ ਲਾਂਗੇ, ਆਪਾਂ ਕੋਈ ਚੀਜ਼ ਲੈ ਲਾਂਗੇ, ਇਸ ਤਰ੍ਹਾਂ ਆਪਾਂ ਕਿਤਾਬ ਨਹੀਂ ਲੈਣੀ, ਕਿਉਂਕਿ ਆਪਾਂ ਤਿਆਰੀ ਨਹੀਂ ਕਰਨੀ। ਆਪਣਾ ਹੈ ਵੀ ਆਪਾਂ ਪਾਸ ਹੋ ਜਾਾਂਗੇ, ਨਹੀਂ ਇਸ ਤਰ੍ਹਾਂ। ਵੈਸੇ ਦੇਖਿਆ ਕਰੋ, ਥੋੜੀ ਬਹੁਤ ਕਿਤਾਬਾਂ ਲੈ ਲਿਆ ਕਰੋ ਜਾਂ ਪੜ੍ਹਨ ਵਾਸਤੇ, ਠੀਕ ਆ। ਸਭ ਕੁਝ ਆਨਲਾਈਨ 'ਚ ਨਹੀਂ ਮਿਲਦਾ, ਤੁਸੀਂ ਆਪਣੇ ਆਪ ਵੀ ਕੁਝ ਥੋੜੀ ਬਹੁਤ ਐਫਰਟਸ ਕਰਿਆ ਕਰੋ। ਅੱਗੇ ਹੈ ਪਾਠ ਪੁਸਤਕਾਂ ਦੀ ਸਹਾਇਤਾ ਨਾਲ। ਦੇਖੋ ਪਾਠ ਪੁਸਤਕਾਂ ਦੀ ਸਹਾਇਤਾ ਦੇ ਨਾਲ ਕੀ ਆ, ਅਧਿਆਪਕ ਇੱਕੋ ਸਮੇਂ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾ ਸਕਦਾ ਹੈ। ਇੱਕ ਆਪਾਂ ਜਮਾਤ ਲਗਾ ਲਈਏ, ਸਾਰੀ ਜਮਾਤ ਨੂੰ, ਪੰਜਾਬ ਗੌਰਮੈਂਟ ਦੀ ਗੱਲ ਕਰਦੇ ਹਾਂ, ਪੀਐਸਬੀ ਬੋਰਡ ਹੈ, ਪੰਜਾਬ ਸਿੱਖਿਆ ਬੋਰਡ ਹੈ, ਉਹ ਕੀ ਆ, ਸਾਰੀ ਜਮਾਤ ਨੂੰ ਕਿਤਾਬਾਂ ਦੇਣ ਦੀ ਕੋਸ਼ਿਸ਼ ਕਰਦੇ। ਕੀ ਦਿੰਦੇ ਨੇ, ਕਿਤਾਬਾਂ ਜਾਂ ਪੁਸਤਕਾਂ। ਫਿਰ ਸਾਰੀ ਜਮਾਤ ਦੇ ਵਿੱਚ ਜਦੋਂ ਹੁੰਦੀਆਂ ਨੇ, ਤਾਂ ਅਧਿਆਪਕ ਕੀ ਕਰਦਾ, ਅਧਿਆਪਕ ਪੜ੍ਹਾਉਣ ਦੀ ਕੋਸ਼ਿਸ਼ ਕਰਦਾ ਨਾ, ਤੇ ਸਾਰੇ ਜਦੋਂ ਅਧਿਆਪਕ ਮੰਨ ਲਓ ਪਾਠ ਪਹਿਲਾਂ ਪੜ੍ਹਾਵੇਗਾ ਕਿਸੇ ਵੀ ਚੀਜ਼ ਦਾ, ਕਿਸੇ ਵੀ ਮੰਨ ਲਓ ਕਿ ਸਬਜੈਕਟ ਦਾ, ਵਿਸ਼ੇ ਦਾ, ਤਾਂ ਪਾਠ ਪੁਸਤਕ ਦਾ ਪਹਿਲਾ ਪਾਠ ਪੜ੍ਹਾਏਗਾ ਉਹ। ਤੇ ਕੀ ਕਰੇਗਾ, ਸਾਰੇ ਵਿਦਿਆਰਥੀ ਕੀ ਕਰਨਗੇ, ਪਹਿਲਾ ਪਾਠ ਦਾ ਜਿਹੜਾ ਪੇਜ ਹੈ, ਉਹ ਕੀ ਕਰ ਲੈਣਗੇ, ਖੋਲ ਲੈਣਗੇ, ਤੇ ਫਿਰ ਜੋ ਸਮਝਾਏਗਾ ਬੱਚੇ ਉਸ ਲਾਈਨ ਦੇ ਵੱਲ ਧਿਆਨ ਦੇਣਗੇ, ਉਹ ਸਤਰਾਂ ਦੇ ਵੱਲ ਧਿਆਨ ਦੇਣਗੇ, ਤਾਂ ਜੋ ਉਹਨਾਂ ਦੇ ਯਾਦ ਹੋ ਸਕੇ, ਸਮਝ ਸਕਣ ਨਾਲ ਨਾਲ। ਅਗਰ ਆਪਣੇ ਕੋਲੇ ਕਿਤਾਬ ਨਾ ਹੋਈ, ਆਪਾਂ ਨੂੰ ਉਦਾਂ ਹੀ ਸਮਝ ਆਏਗਾ। ਇਹ ਮੈਂ ਵੀ, ਮੇਰਾ ਖੁਦ ਦਾ ਐਕਸਪੀਰੀਅੰਸ, ਜੇ ਕਿਤਾਬ ਮੇਰੇ ਕੋਲ ਨਹੀਂ ਹੈ ਤਾਂ ਅੱਧਾ ਚੇਤੇ ਆਏਗਾ, ਮੈਨੂੰ ਐ ਨਹੀਂ ਪਤਾ ਲੱਗਣਾ ਵੀ ਇਹ ਟੀਚਰ ਪੜ੍ਹਾ ਕਿੱਥੇ ਰਿਹਾ, ਜਾਂ ਅਧਿਆਪਕ ਪੜ੍ਹਾ ਕਿੱਥੇ ਰਿਹਾ ਆ, ਤੇ ਮੈਂ ਯਾਰ ਕਿੱਥੇ ਫਿਰਦਾ। ਇਹੀ ਟੈਨਸ਼ਨ 'ਚ ਰਹਿ ਜਾਏਗਾ ਅਗਰ ਕਿਤਾਬ ਨਾ ਹੋਈ, ਕਿਸੇ ਦੂਸਰੇ ਦੇ ਦੇਖ ਦੇਖ ਕੇ ਕਰੇਗਾ ਤਾਂ। ਇਸੇ ਕਰਕੇ ਕਿਤਾਬ ਬਹੁਤ ਵੱਡਾ ਅਹਿਮ ਹਿੱਸਾ ਨਿਭਾਉਂਦੀ ਹੈ, ਜਾਂ ਪੁਸਤਕ ਹੈ। ਹੁਣ ਆਪਾਂ ਗੱਲ ਕਰ ਲਈਏ ਚੰਗੇ ਪਾਠ ਪੁਸਤਕਾਂ ਦੇ ਗੁਣ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਆ। ਇਹ ਦੋ ਤਰ੍ਹਾਂ ਦੇ ਗੁਣ ਆ, ਇੱਕ ਬਾਹਰੀ ਗੁਣ, ਸਭ ਤੋਂ ਪਹਿਲਾਂ ਬਾਹਰੀ ਗੁਣ ਹੈ, ਉਸ ਤੋਂ ਬਾਅਦ ਅੰਦਰੂਨੀ ਗੁਣ ਹੈ। ਸਭ ਤੋਂ ਪਹਿਲਾਂ ਆਪਾਂ ਬਾਹਰੀ ਗੁਣ ਦੇ ਬਾਰੇ ਇੰਨਾ ਡਿਟੇਲ 'ਚ ਨਹੀਂ ਪੁੱਛਿਆ ਜਾਣਾ, ਵੈਸੇ ਤੁਸੀਂ ਆਪ ਥੋੜਾ ਬਹੁਤ ਅੰਦਾਜ਼ਾ ਲਗਾ ਲਓ। ਸੰਚਾਲਨ, ਜੋ ਵੀ ਉਹਦਾ ਸੰਚਾਲਨ ਹੈ ਉਸਦੇ ਬਾਰੇ ਵਧੀਆ ਹੋਵੇ। ਛਪਾਈ ਜਿਹੜੀ ਹੋਵੇ ਉਹ ਰੰਗ ਬਿਰੰਗੀ ਹੋਵੇ, ਅਗਰ ਛੋਟੇ ਬੱਚਿਆਂ ਦੀ ਹੈ ਤਾਂ ਰੰਗ ਬਿਰੰਗੀ ਹੋਵੇ। ਕਿਉਂ ਹੋਵੇ, ਤਾਂ ਜੋ ਬੱਚਿਆਂ ਦੇ ਦਿਲਾਂ ਨੂੰ ਛੂਹ ਸਕੇ ਉਹ ਕਿਤਾਬ। ਅਗਰ ਆਪਾਂ ਵੱਡੇ ਹਾਂ, ਉੱਚ ਜਮਾਤ ਦੀ ਗੱਲ ਕਰੀਏ, ਛਪਾਈ ਫਿਰ ਵੀ ਥੋੜੀ ਜਿਹੀ ਰੰਗੀਲੀ ਹੋਣੀ ਚਾਹੀਦੀ ਹੈ, ਕਿਉਂਕਿ ਰੰਗੀਲੀ ਹੋਏਗੀ ਤਾਂ ਜੋ ਕਿਸੇ ਨੂੰ ਅਟਰੈਕਟ ਕਰੇਗੀ ਉਹ ਕਿਤਾਬ। ਛਪਾਈ ਵਧੀਆ ਹੋਣੀ ਚਾਹੀਦੀ ਹੈ, ਉਹਦੀ ਜਿਹੜੀ ਉਸਦੇ ਨਾਲ ਜਿਹੜਾ ਆਕਾਰ ਹੋਏਗਾ, ਉਹਦਾ ਸਹੀ ਆਕਾਰ ਹੋਵੇਗਾ। ਐਂ ਤਾਂ ਨਹੀਂ ਵੀ ਬਹੁਤ ਵੱਡਾ ਹੋ ਗਿਆ ਆਕਾਰ, ਬਹੁਤ ਛੋਟਾ ਵੀ ਦਿੱਕਤ ਕਰਦਾ ਹੈ, ਵੱਡਾ ਵੀ ਦਿੱਕਤ ਕਰਦਾ। ਆਕਾਰ ਬਿਲਕੁਲ ਸਹੀ ਹੋਣਾ ਚਾਹੀਦਾ ਕਿਤਾਬ ਦਾ। ਉਹ ਤਾਂ ਜਲਦ ਪੂਰੀ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਹੈ, ਪੱਕੀ ਜਿਲਦ ਹੋਣੀ ਚਾਹੀਦੀ ਹੈ, ਖਰਾਬ ਨਾ ਹੋਵੇ। ਉਹਦੇ ਅੰਦਰ ਲੈਮੀਨੇਸ਼ਨ ਦੀ ਗੱਲ ਕਰਦੇ ਹਾਂ, ਉਹ ਥੋੜਾ ਬਹੁਤ ਹੋਵੇ ਤੇ ਰੰਗ ਬਿਰੰਗੀ ਦੇਖਣ ਨੂੰ ਮਿਲੇ। ਉਸ ਤੋਂ ਬਾਅਦ ਜਿਹੜੀ ਕਿ ਆਪਾਂ ਪਾਠ ਪੁਸਤਕ ਦਾ ਨਾਮ ਦੀ ਗੱਲ ਕਰਦੇ ਹਾਂ, ਪਾਠ ਪੁਸਤਕ ਦਾ ਜਿਹੜਾ ਨਾਮ ਆ, ਜਾਂ ਉਹ ਪਾਠ ਪੁਸਤਕ ਦਾ ਜਿਹੜਾ ਟਾਈਟਲ ਮਤਲਬ ਵਿਸ਼ਾ ਹੈ, ਉਹ ਬਿਲਕੁਲ ਵਧੀਆ ਹੋਣਾ ਚਾਹੀਦਾ, ਪ੍ਰਭਾਵਿਤ ਹੋਣਾ ਚਾਹੀਦਾ। ਜਿਵੇਂ ਇੱਕ ਮਿਆਨ ਦੋ ਤਲਵਾਰਾਂ, ਹੁਣ ਆਪਾਂ ਨਾਮ ਸੁਣ ਕੇ ਦੇਖੋ ਕਿੰਨਾ ਆਪਾਂ ਨੂੰ ਅਟਰੈਕਟ ਕਰ ਰਿਹਾ, ਇੱਕ ਮਿਆਨ ਦੋ ਤਲਵਾਰਾਂ, ਯਾਰ ਸੂਹੇ ਬੁੱਲ, ਇਸ ਤਰ੍ਹਾਂ ਦੇ ਨਾਵਲ ਦਿਖਦੇ ਆ। ਦੀਵੇ, ਮੜੀ ਦਾ ਦੀਵਾ, ਇਸ ਤਰ੍ਹਾਂ ਦੇ ਜਿਹੜੇ ਨਾਵਲ ਨੇ ਉਹ ਦੇਖਦੇ ਆ, ਪੁਸਤਕਾਂ ਕਿਤੇ ਨਾ ਕਿਤੇ ਆਪਾਂ ਨੂੰ ਕੀ ਕਰਦੇ ਨੇ। ਇਸੇ ਤਰ੍ਹਾਂ ਵਿਗਿਆਨ ਦੇ ਆਪਾਂ ਛੋਟੀਆਂ ਜਮਾਤਾਂ ਦੇ ਲਈ ਰੰਗ ਬਿਰੰਗੇ ਦੇਖਦੇ ਹਾਂ। ਜਿਹੜਾ ਉਹਦਾ ਮੁੱਲ ਕੋਈ ਜ਼ਿਆਦਾ ਨਹੀਂ ਹੋਣਾ ਚਾਹੀਦਾ।
ਜੇਕਰ ਕੱਲ ਨੂੰ ਮੈਂ ਕਿਤਾਬ ਛਾਪਣੀ ਹੋਈ ਕਿਸੇ ਵੀ ਐਗਜ਼ਾਮ ਨੂੰ ਲੈ ਕੇ, ਤਾਂ ਮੈਂ ਸੋਚੂੰਗਾ ਨਹੀਂ ਯਾਰ ਇਹਦਾ ਕਿਤਾਬ ਦਾ ਮੁੱਲ 100 ਜਾਂ 200 ਰੱਖਿਆ ਜਾਵੇ। ਵੈਸੇ ਹੀ ਗੱਲ ਕਰ ਰਹੇ ਹਾਂ, 100 ਜਾਂ 200 ਰੱਖਿਆ ਜਾਵੇ, ਤਾਂ ਜੋ ਬੱਚੇ ਕੀ ਆ ਵਧੀਆ ਤਰੀਕੇ ਦੇ ਨਾਲ, ਮੰਨ ਲਓ ਜ਼ਿਆਦਾ ਪੈਸੇ ਨਾ ਲੱਗਣ, ਵਧੀਆ ਤਰੀਕੇ ਨਾਲ ਤਿਆਰੀ ਵੀ ਕਰ ਲੈਣ ਤੇ ਇਹ ਖਰੀਦ ਵੀ ਸਕਣ। ਕੀ ਕਰ ਸਕਣ? ਖਰੀਦ ਸਕਣ। ਇਹਦੇ ਨਾਲ ਕੀ ਆ, ਇੰਨਾ ਸਸਤਾ ਆਪਾਂ ਦੇ ਰਹੇ ਹਾਂ। ਤੇ ਬਟ ਅਗਰ ਗੱਲ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ, ਇਹ ਜਿਹੜੇ 100-200 ਦੀ ਕਿਤਾਬ ਆ, ਇਹੀ 500 ਦੀ ਬਣ ਜਾਏਗੀ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮਹਿੰਗਾਈ ਆ ਰਹੀ ਆ। ਹੁਣ ਗੱਲ ਕਰਦੇ ਹਾਂ ਅੰਦਰੂਨੀ ਗੁਣ। ਅੰਦਰੂਨੀ ਗੁਣ ਆਪਾਂ ਥੋੜਾ ਡਿਟੇਲ ਦੇ ਨਾਲ ਦੇਖਾਂਗੇ, ਕਿਉਂਕਿ ਬਾਹਰੀ ਗੁਣ ਦੇ ਉੱਤੇ ਅੱਜ ਇਸ ਤਰ੍ਹਾਂ ਕੁਐਸਚਨ ਨਹੀਂ ਪੁੱਛੇ ਜਾਂਦੇ, ਪ੍ਰਸ਼ਨ ਨਹੀਂ ਪੁੱਛੇ ਜਾਂਦੇ, ਪਰ ਪੁੱਛੇ ਜ਼ਰੂਰ ਜਾਣਗੇ। ਵਿਸ਼ਾ ਵਸਤੂ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਕਿਤਾਬ ਦੇ ਵਿੱਚ, ਭਾਸ਼ਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸ਼ੈਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਉਸ ਦੇ ਬਾਰੇ ਆਪਾਂ ਡਿਟੇਲ ਦੇ ਨਾਲ ਦੇਖਦੇ ਹਾਂ। ਬਹੁਤ ਜ਼ਰੂਰੀ ਆ, ਪਾਠ ਪੁਸਤਕ ਦੇ ਵਿੱਚ ਪੁੱਛਿਆ ਜਾ ਸਕਦਾ। ਅੰਦਰੂਨੀ ਗੁਣ ਦੇ ਵਿੱਚ ਵਿਸ਼ਾ ਵਸਤੂ ਆ, ਭਾਸ਼ਾ ਹੈ, ਭਾਸ਼ਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਐਂਡ ਅਤੇ ਸ਼ੈਲੀ ਦੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਸ਼ਾ ਵਸਤੂ ਦੀ। ਤਾਂ ਕਿਤਾਬ ਦੇ ਵਿੱਚ ਕਿਸ ਤਰ੍ਹਾਂ ਦਾ ਵਿਸ਼ਾ ਵਸਤੂ ਹੋਣਾ ਚਾਹੀਦਾ? ਵਿਸ਼ਾ ਹੋਣਾ ਚਾਹੀਦਾ ਜਿਹੜਾ ਉਹਦੇ ਵਿੱਚ ਲਿਖਿਆ ਹੋਇਆ, ਉਹ ਕੰਟੈਂਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਮੇਨ ਤੌਰ ਤੇ ਹੈ ਕਿ ਉਹ ਉਦੇਸ਼ਨਾਤਮਕ ਹੋਣਾ ਚਾਹੀਦਾ। ਉਦੇਸ਼ਾਤਮਕ, ਹਾਂਜੀ, ਕਿ ਉਦੇਸ਼ ਦਿੰਦਾ ਹੋਵੇ, ਕੋਈ ਨਾ ਕੋਈ ਉਦੇਸ਼ ਦਿੰਦਾ ਹੋਵੇ, ਉਦੇਸ਼ ਦਿੰਦਾ ਹੋਵੇ, ਕੋਈ ਨਾ ਕੋਈ ਉਹਦੇ ਅੰਦਰ ਵਧੀਆ ਵਿਚਾਰ ਹੋਣ, ਕੋਈ ਨਾ ਕੋਈ ਉਹਦਾ ਕੀ ਹੋਵੇ, ਉਹ ਨਤੀਜਾ ਹੋਵੇ, ਜਾਂ ਕੋਈ ਸਿੱਖਿਆ ਹੋਵੇ, ਸਿੱਖਿਆ ਪ੍ਰਦਾਨ ਕਰਦਾ ਹੋਵੇ, ਤਾਂ ਜੋ ਸਭ ਕੁਝ ਨੂੰ ਮਿਲਾ ਕੇ ਕੀ ਉਦੇਸ਼ਾਤਮਕ ਹੋਣਾ ਚਾਹੀਦਾ। ਉਦੇਸ਼ਾਤਮਕ ਹੋਏਗਾ ਤਾਂ ਹੀ ਤਾਂ ਪ੍ਰਭਾਵਸ਼ਾਲੀ ਹੋਏਗਾ। ਅਗਰ ਆਪਾਂ ਗੱਲ ਕਰੀਏ, ਬਹੁਤ ਸਾਰੀਆਂ ਗੰਦੀਆਂ ਕਿਤਾਬਾਂ ਵੀ ਨੇ, ਆਪਾਂ ਸਮਾਜ ਦੇ ਵਿੱਚ ਦੇਖਦੇ ਹਾਂ ਬਹੁਤ ਸਾਰੀਆਂ ਗੰਦੀਆਂ ਕਿਤਾਬਾਂ ਨੇ, ਉਹਦਾ ਕੋਈ ਉਦੇਸ਼ ਨਹੀਂ ਹੁੰਦਾ, ਉਹ ਤਾਂ ਸਗੋਂ ਬੱਚਿਆਂ ਨੂੰ ਕੀ ਆ ਵਿਗਾੜਦੇ ਨੇ, ਵਿਗਾੜ ਪੈਦਾ ਕਰਦੇ ਨੇ। ਠੀਕ ਹੈ, ਉਹ ਨਹੀਂ ਹੋਣੀ ਚਾਹੀਦੀ। ਸਹੀ ਆ ਕਿ ਉਹਦਾ ਕੋਈ ਉਦੇਸ਼ ਹੋਣਾ ਚਾਹੀਦਾ, ਚੰਗੇ ਵਿਚਾਰ ਹੋਣੀ ਚਾਹੀਦੀ ਆ, ਨਤੀਜਾ ਸਹੀ ਹੋਣਾ ਚਾਹੀਦਾ, ਉਹਦੇ ਸਿੱਖਿਆ ਜੋ ਵੀ ਆ ਉਹਦੇ ਵਿੱਚ ਸਿੱਖਿਆ ਮਿਲਣੀ ਚਾਹੀਦੀ ਆ। ਆਖਰਕਾਰ ਕਿਤਾਬ ਕੋਈ ਪੜ੍ਹ ਰਿਹਾ ਉਹਦੇ ਵਿੱਚ ਸਿੱਖਿਆ ਨਹੀਂ ਮਿਲ ਰਹੀ, ਮਤਲਬ ਕੋਈ ਹੈ ਉਹ ਕਿਤਾਬ ਨਹੀਂ ਹੈ, ਉਹਦਾ ਵੈਸੇ ਕੁਝ ਹੋਰ ਹੀ ਹੈ, ਫਿਰ ਸਿੱਖਿਆ ਮਿਲੇਗੀ। ਉਸ ਤੋਂ ਬਾਅਦ ਕੀ ਹੈ, ਬੱਚੇ ਦੀਆਂ ਜਿਹੜੀ ਕਿ ਲੋੜਾਂ ਦੇ ਅਨੁਕੂਲ ਹੋਵੇ, ਬੱਚਿਆਂ ਦੇ ਅਨੁਸਾਰ ਹੋਵੇ। ਜਿਵੇਂ ਮੰਨ ਲਓ ਬੱਚੇ 5ਵੀਂ ਕਲਾਸ ਦੇ ਵਿੱਚ ਨੇ, ਤਾਂ ਉਹ ਲਗਭਗ 7 ਤੋਂ 10 ਸਾਲ ਦੀ ਉਮਰ ਦੇ ਵਿੱਚ ਹੋਣਗੇ, ਤਾਂ ਉਹਨਾਂ ਦੇ ਅਨੁਸਾਰ, ਬੱਚਿਆਂ ਦੀ ਲੋੜ ਦੇ ਅਨੁਸਾਰ ਕਿਤਾਬ ਲਿਖੀ ਹੋਣੀ ਚਾਹੀਦੀ। ਸਭ ਤੋਂ ਪਹਿਲਾਂ ਵਿਸ਼ਾ ਉਸਦੇ ਆਧਾਰ ਤੇ ਹੋਣਾ ਚਾਹੀਦਾ। ਦੇਖੋ ਹੁਣ ਆਪਾਂ ਛੋਟੇ ਬੱਚਿਆਂ ਨੂੰ ਨਾਵਲ ਤਾਂ ਨਹੀਂ ਪੜ੍ਹਾ ਸਕਦੇ ਨਾ, ਨਾਵਲ ਨਹੀਂ ਪੜ੍ਹਾ ਸਕਦੇ ਕਿਸੇ ਵੀ ਹਾਲਤ ਦੇ ਵਿੱਚ। ਹੁਣ ਆਪਾਂ ਇੱਕ ਮਿਆਨ ਦੋ ਤਲਵਾਰਾਂ ਪੜ੍ਹਾਉਣ ਲੱਗ ਜਾਈਏ, ਨਹੀਂ, ਉਹਨਾਂ ਨੂੰ ਸਮਝ ਹੀ ਨਹੀਂ ਲੱਗੇਗਾ, ਭਾਸ਼ਾ ਹੀ ਥੋੜੀ ਜਿਹੀ ਉਹ ਡੂੰਘਾਈ ਦੇ ਵਿੱਚ ਲਿਖੀ ਹੋਈ ਹੈ, ਵਿਚਾਰ ਡੂੰਘਾਈ ਦੇ ਵਿੱਚ ਸਮਝ ਨਹੀਂ ਸਕਣਗੇ। ਇਸ ਕਰਕੇ ਬੱਚਿਆਂ ਦੀਆਂ ਲੋੜਾਂ ਦੇ ਅਨੁਸਾਰ ਕਿਤਾਬ ਛਾਪਣੀ ਚਾਹੀਦੀ ਹੈ, ਵਿਸ਼ਾ ਵਸਤੂ ਰੱਖਣਾ ਚਾਹੀਦਾ ਹੈ। ਉਸਦਾ ਮੌਲਿਕਤਾ, ਹਾਂਜੀ, ਮੌਲਿਕਤਾ ਦੀ ਗੱਲ ਕਰਦੇ ਹਾਂ, ਮੌਲਿਕ ਜੋ ਵੀ ਉਹਦੇ ਨੇ ਮੋਰਲਸ ਦੀ ਗੱਲ ਕਰਦੇ ਆ, ਉਹਦੀਆਂ ਆਦਤਾਂ ਹੋਣਗੀਆਂ, ਉਹਦੀ ਸੋਚ ਹੋਗੀ, ਉਹ ਬਦਲ ਜਾਵੇ। ਕਿਤਾਬ ਪੜ੍ਹ ਕੇ ਕਿਤੇ ਨਾ ਕਿਤੇ ਉਹਦੇ ਅੰਦਰ ਪ੍ਰਭਾਵ ਪਾਵੇਗੀ। ਵਿਸ਼ਾ ਵਸਤੂ ਕਿਸ ਤਰ੍ਹਾਂ ਦਾ? ਮੌਲਿਕਤਾ ਦਾ ਹੋਣਾ ਚਾਹੀਦਾ। ਵਿਸ਼ਿਆਂ ਵਿੱਚ ਕੀ ਆ, ਜੋ ਵੀ ਵਿਸ਼ਾ ਪੜ੍ਹ ਰਿਹਾ, ਵੱਖ-ਵੱਖ ਵਿਸ਼ੇ ਕਿਤਾਬਾਂ ਦੇ ਵਿੱਚ ਮਿਲਦੇ ਨੇ। ਵਿਸ਼ਿਆਂ ਦੇ ਵਿੱਚ ਸੱਜਣਪਣ ਹੋਵੇ, ਸੱਜਕਪਣ ਹੋਵੇ। ਸੱਜਕਪਣ ਕੀ ਆ? ਇਹਦਾ ਮਤਲਬ ਕੀ ਆ ਕਿ ਉਹਦੇ ਅੰਦਰ ਕੋਈ ਨਾ ਕੋਈ ਜਾਗਰੂਕਤਾ ਵਾਲੀ ਗੱਲ ਹੋਵੇ, ਬੱਚਾ ਜਾਗ ਜਾਵੇ। ਜੋ ਵੀ ਆ, ਮੰਨ ਲਓ ਕਿ ਅੱਜ ਕੱਲ੍ਹ ਬੇਈਮਾਨੀ ਬਹੁਤ ਆ, ਬੱਚਿਆਂ ਨੂੰ ਪੜ੍ਹਾਇਆ ਜਾਵੇ ਕਿ ਬੇਈਮਾਨੀ ਨਹੀਂ ਕਰਨੀ ਚਾਹੀਦੀ। ਮੌਲਿਕ ਅਧਿਕਾਰਾਂ ਦੇ ਸੌਰੀ ਮੌਲਿਕਤਾ ਦੀ ਗੱਲ ਕਰੀਏ, ਮੋਡਲਸ, ਉਹਦੀਆਂ ਆਦਤਾਂ ਦੀ ਗੱਲ ਕਰਦੀ ਹੈ, ਇਸ ਤਰ੍ਹਾਂ ਦੀਆਂ ਜੇਕਰ ਆਪਾਂ ਕਿਤਾਬਾਂ ਪੜ੍ਹਾਂਗੇ, ਵਿਸ਼ੇ ਰੱਖਾਂਗੇ, ਤਾਂ ਜੋ ਬੱਚੇ ਅੱਗੇ ਜਾ ਕੇ ਵਧੀਆ ਸੁਧਰਨਗੇ। ਅੱਜ ਕੱਲ੍ਹ ਕੀ ਹੈ, ਇੰਸਟਾਗ੍ਰਾਮ ਹੋ ਗਿਆ, ਇੰਸਟਾਗ੍ਰਾਮ ਤੇ ਰੀਲਾਂ ਬਣਾਉਣੀਆਂ ਪਤਾ ਲੱਗ ਗਈਆਂ ਬੱਚਿਆਂ ਨੂੰ, ਸਟੂਡੈਂਟ ਨੂੰ, ਨਿੱਕੇ ਨਿੱਕੇ ਬੱਚੇ ਵੀ ਅੱਜ ਕੱਲ੍ਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੇ ਨੇ। ਤਾਂ ਕੀ ਆ, ਉਹ ਵਿਸ਼ਾ ਵਸਤੂ ਦੇ ਰਿਹਾ, ਅੱਜ ਕੱਲ੍ਹ ਡਿਜੀਟਲ ਵਿਸ਼ਾ ਵਸਤੂ ਦੇ ਰਿਹਾ ਬੱਚਿਆਂ ਨੂੰ। ਉਹ ਕੀ ਆ, ਉਦੇਸ਼ ਬਣ ਗਿਆ, ਅੱਜ ਕੱਲ੍ਹ ਸਾਰੇ ਹੀ ਤੁਰ ਪਏ ਉੱਧਰ ਨੂੰ। ਠੀਕ ਹੈ, ਇਸ ਤਰ੍ਹਾਂ ਕੀ ਆ, ਇਹ ਵਿਸ਼ਿਆਂ ਦੀਆਂ ਉਦੇਸ਼ ਆ ਕਿ ਇਸ ਤਰ੍ਹਾਂ ਵਿਸ਼ੇ ਹੋਣੀ ਚਾਹੀਦੀ ਹੈ। ਪਰ ਕਿਤਾਬਾਂ ਦੀ ਗੱਲ ਕਰਦਾ, ਉਹਦੇ ਨਾਲ ਕੰਪੈਰੀਜ਼ਨ ਨਾ ਕਰੋ। ਹਾਂਜੀ, ਉਸ ਤੋਂ ਬਾਅਦ ਕੀ ਆ, ਕਿਤਾਬ ਜ਼ਰੂਰ ਉਦੇਸ਼ਾਤਮਕ ਹੋਣੀ ਚਾਹੀਦੀ ਹੈ, ਬੱਚਿਆਂ ਦੇ ਲੋੜ ਦੇ ਅਨੁਸਾਰ ਹੋਣੀ ਚਾਹੀਦੀ ਹੈ, ਪਰ ਉਹਦੇ ਵਿੱਚ ਮਨੋਰੰਜਨ ਵੀ ਪਾਉਣਾ ਚਾਹੀਦਾ ਹੈ ਛੋਟੇ ਬੱਚਿਆਂ ਦੇ ਲਈ। ਪ੍ਰੇਰਨਾ ਦਾ ਸਰੋਤ ਬਣੇ, ਪ੍ਰੇਰਨਾਤਮਕ ਹੋਣੀ ਚਾਹੀਦੀ ਹੈ, ਪ੍ਰੇਰਨਾ ਦਾ ਸਰੋਤ ਬਣੇ, ਸਿੱਖਿਆਤਮਕ ਹੋਵੇ, ਸਿੱਖਿਆ ਦਿੰਦੀ ਹੋਵੇ। ਇੱਥੇ ਕੀ ਆ, ਉਦੇਸ਼ ਦੇ ਨਾਲ ਨਾਲ ਇਹ ਸ਼ਬਦਾਂ ਨੂੰ ਨਾ ਭੁੱਲਿਓ, ਮਨੋਰੰਜਨ ਵੀ ਪੈਦਾ ਕਰਦੀ ਹੋਵੇ ਕਿਤਾਬ, ਪ੍ਰੇਰਨਾ ਵੀ ਦਿੰਦੀ ਹੋਵੇ। ਮਤਲਬ ਕਿ ਪ੍ਰੇਰਨਾ ਕੀ ਆ, ਮੋਟੀਵੇਸ਼ਨ ਦੀ ਗੱਲ ਕਰ ਰਹੇ ਆ ਕਿਤੇ ਨਾ ਕਿਤੇ, ਮੋਟੀਵੇਸ਼ਨ ਦੀ। ਠੀਕ, ਕਿਤਾਬਾਂ ਪੜ੍ਹਦੇ ਆਪਾਂ, ਬਹੁਤ ਸਾਰੀ ਮੋਟੀਵੇਸ਼ਨ ਮਿਲਦੀ ਆ, ਸਿੱਖਿਆਤਮਕ, ਆਪਾਂ ਨੂੰ ਸਿੱਖਿਆ ਵੀ ਮਿਲਣੀ ਚਾਹੀਦੀ। ਉਸੇ ਤਰ੍ਹਾਂ ਹੀ ਵਿਸ਼ਿਆਂ, ਜਿਹੜੇ ਵਿਸ਼ੇ ਪੜ੍ਹਾਉਂਦੇ ਆਪਾਂ ਕਿਤਾਬ ਦੇ ਵਿੱਚ, ਵਿਸ਼ਾ ਵਸਤੂ ਕਿਸ ਤਰ੍ਹਾਂ ਦਾ, ਜੀਵਨ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ। ਅਗਰ ਜਿਵੇਂ ਬੱਚਿਆਂ ਦੇ ਅਨੁਸਾਰ ਜੀਵਨ ਦੇ ਜਿਹੜਾ ਜੀਵਨ ਹੁੰਦਾ, ਬੱਚਿਆਂ ਦਾ ਜਿਹੜਾ ਜੀਵਨ ਹੁੰਦਾ, ਉਹਦੇ ਅਨੁਸਾਰ ਸੰਬੰਧਿਤ ਅਨੁਸਾਰ ਕੀ ਹੋਣਾ ਚਾਹੀਦਾ, ਕਿਤਾਬ ਦੇ ਵਿੱਚ ਵਿਸ਼ਾ ਵਸਤੂ ਹੋਣਾ ਚਾਹੀਦਾ, ਵਿਸ਼ਾ
ਵਸਤੂ ਹੋਣਾ ਚਾਹੀਦਾ। ਅਗਰ ਵਿਸ਼ਾ ਵਸਤੂ ਉਹਨਾਂ ਦੇ ਅਨੁਸਾਰ ਉਹਨਾਂ ਦੀ ਜੀਵਨ ਦੇ ਨਾਲ ਆਧਾਰਿਤ ਨਾ ਹੋਵੇ ਤਾਂ ਬੱਚਿਆਂ ਦਾ ਜਿਹੜਾ ਕਿ ਮਨੋਰੰਜਨ ਨਹੀਂ ਹੋਏਗਾ, ਪ੍ਰੇਰਨਾ ਨਹੀਂ ਮਿਲੇਗੀ, ਸਿੱਖਿਆ ਨਹੀਂ ਮਿਲੇਗੀ, ਉਹਦਾ ਫਿਰ ਕੋਈ ਉਦੇਸ਼ ਵੀ ਨਹੀਂ ਹੋਏਗਾ। ਇਸ ਕਰਕੇ ਬਹੁਤ ਜ਼ਰੂਰੀ ਨੇ। ਫਿਰ ਤੋਂ ਦੇਖ ਲਓ, ਫਿਰ ਤੋਂ ਰਿਪੀਟ ਕਰ ਰਿਹਾ ਮੈਂ, ਹਾਂਜੀ, ਕਿ ਉਦੇਸ਼ਾਤਮਕ ਹੋਣਾ ਚਾਹੀਦਾ। ਉਦੇਸ਼ਾਤਮਕ ਬੱਚਿਆਂ ਦੀ ਲੋੜ ਦੇ ਅਨੁਸਾਰ ਹੋਣਾ ਚਾਹੀਦਾ, ਮੌਲਿਕਤਾ ਹੋਣਾ ਚਾਹੀਦਾ, ਵਿਸ਼ਿਆਂ ਵਿੱਚ ਚੰਗਰਪਣ ਹੋਣਾ ਚਾਹੀਦਾ, ਐਂਡ ਮਨੋਰੰਜਨ ਪ੍ਰੇਰਨਾਤਮਕ ਐਂਡ ਸਿੱਖਿਆਤਮਕ ਹੋਣਾ ਚਾਹੀਦਾ। ਵਿਸ਼ਿਆਂ ਦੇ ਜਿਹੜੇ ਵਿਸ਼ੇ ਰਹਿੰਦੇ ਨੇ ਤਾਂ ਉਹਦੇ ਵਿੱਚ ਬੱਚਿਆਂ ਦੇ ਜੀਵਨ ਨਾਲ ਸੰਬੰਧਿਤ ਹੋਣੇ ਚਾਹੀਦੇ, ਜੋ ਵੀ ਵਿਸ਼ੇ ਆਪਾਂ ਲੈਣ ਬਹੁਤ ਜ਼ਰੂਰੀ ਨੇ। ਇਸ ਤਰ੍ਹਾਂ ਦੇ ਕੁਐਸਚਨ ਦੇਖਣ ਨੂੰ ਮਿਲਦੇ ਨੇ। ਉਸ ਤੋਂ ਬਾਅਦ ਗੱਲ ਕਰੀਏ ਭਾਸ਼ਾ ਸੰਬੰਧੀ ਗੁਣ। ਹਾਂਜੀ, ਭਾਸ਼ਾ ਦੇ ਕਿਸ ਤਰ੍ਹਾਂ ਦੇ ਗੁਣ ਹੋਣੇ ਚਾਹੀਦੇ ਆ? ਦੇਖੋ, ਬੱਚਿਆਂ ਦੇ ਅਨੁਸਾਰ ਗੱਲ ਕਰਦੇ ਆ, ਫਿਰ ਵੱਡਿਆਂ ਦੇ। ਦੇਖੋ, ਜਿਸ ਤਰ੍ਹਾਂ ਦੀ ਉਮਰ ਆ ਉਸ ਹਿਸਾਬ ਦੇ ਨਾਲ ਪੱਧਰ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਕਿ ਭਾਸ਼ਾ ਬੱਚਿਆਂ ਦੇ ਪੱਧਰ ਦੇ ਅਨੁਸਾਰ ਹੋਵੇ। ਬਿਲਕੁਲ ਭਾਸ਼ਾ ਜੇ ਡੂੰਘਾਈ ਦੇ ਵਿੱਚ ਨਾ ਹੋਵੇ। ਜੇ ਛੋਟੇ ਬੱਚਿਆਂ ਦੀ ਗੱਲ ਕਰੀਏ, ਅਖਾਣ, ਮੁਹਾਵਰੇ ਆਦਿ ਜ਼ਿਆਦਾ ਵਰਤੋਂ ਨਾ ਹੋਵੇ, ਕਿਉਂਕਿ ਸਮਝ ਨਹੀਂ ਆਉਣੇ ਬੱਚਿਆਂ ਨੂੰ। ਉਸੇ ਤਰ੍ਹਾਂ ਹੀ ਜਿਹੜੇ ਕਿ ਸ਼ਬਦ ਨੇ, ਪੰਜਾਬੀ ਦੇ ਸ਼ਬਦ ਆਸਾਨ ਹੋਵੇ, ਆਸਾਨ ਸ਼ਬਦ ਹੋਣਗੇ ਤਾਂ ਹੀ ਸਮਝ ਸਕਣਗੇ। ਜੇਕਰ ਔਖੇ ਸ਼ਬਦ ਇਹਦੇ ਵਿੱਚ ਆ ਗਏ ਤਾਂ ਬੱਚੇ ਨਹੀਂ ਸਮਝ ਸਕਣਗੇ। ਇਸ ਕਰਕੇ ਬੱਚਿਆਂ ਦੇ ਅਨੁਸਾਰ ਜਿਹੜੇ ਕਿ ਉਹਦੇ ਵਿੱਚ ਅੱਖਰ ਹੋਵੇ, ਠੀਕ ਆ, ਉਹਦੇ ਵਿੱਚ ਅਖਾਣ ਮੁਹਾਵਰੇ ਹੋਣ ਆਦਿ ਤੇ ਸ਼ਬਦ ਸਹੀ ਵਰਤੇ ਜਾਣ। ਉਸ ਤੋਂ ਬਾਅਦ ਕੀ ਆ, ਭਾਸ਼ਾ ਸ਼ੁੱਧ ਹੋਣੀ ਚਾਹੀਦੀ ਹੈ, ਕਿਉਂਕਿ ਬੱਚਾ ਕਿਤਾਬ ਪੜ੍ਹੇਗਾ, ਭਾਸ਼ਾ ਸਿੱਖੇਗਾ, ਤੇ ਭਾਸ਼ਾ ਅਗਰ ਸ਼ੁੱਧ ਨਾ ਉਹਦੇ ਵਿੱਚ ਮਿਲੀ ਕਿਤਾਬ ਦੇ ਵਿੱਚ, ਫਿਰ ਕੀ ਆ, ਬੱਚਾ ਗਲਤ ਸਿੱਖੇ ਨਾ, ਫਿਰ ਤਾਂ ਕੋਈ ਮਤਲਬ ਹੀ ਨਹੀਂ ਕਿਤਾਬ ਦਾ। ਸਰਲ ਹੋਵੇ, ਬਿਲਕੁਲ ਸਰਲ ਹੋਵੇ ਤੇ ਸਪਸ਼ਟ ਤੌਰ ਤੇ ਲਿਖਿਆ ਹੋਵੇ। ਇਹੀ ਚੀਜ਼ਾਂ ਤਿੰਨ ਮੁੱਖ ਤੌਰ ਤੇ ਆ। ਸ਼ੁੱਧ ਭਾਸ਼ਾ ਹੋਵੇ ਤੇ ਸਰਲ ਹੋਵੇ ਐਂਡ ਸਪਸ਼ਟ ਤੌਰ ਤੇ ਆਪਣਾ ਜਿਹੜਾ ਅਰਥ ਹੈ, ਅਰਥ ਨਿਕਲਦਾ ਹੋਵੇ, ਅਰਥਪੂਰਨ ਹੋਵੇ, ਮਤਲਬ ਕਿ ਅਰਥ ਸਹੀ ਨਿਕਲਦੇ ਹੋਣ, ਸਪਸ਼ਟ ਤੌਰ ਤੇ ਆਪਾਂ ਨੂੰ ਇਹ ਦੱਸਦੇ ਹੋਣ, ਜੋ ਵੀ ਉਹ ਪੜ੍ਹ ਰਿਹਾ ਉਹਦੇ ਅਰਥ ਨਿਕਲਦੇ ਹੋਣ। ਏਦਾਂ ਨਹੀਂ ਬਿਨਾਂ ਅਰਥਾਂ ਤੋਂ ਆਪਾਂ ਸ਼ਬਦ ਪਾ ਦਿੱਤੇ, ਭਾਸ਼ਾ ਪਾ ਦਿੱਤੀ, ਸਭ ਤੋਂ ਵੱਡੀ ਗੱਲ। ਉਸ ਤੋਂ ਬਾਅਦ ਕੀ ਹੈ, ਅੱਗੇ ਇਹੀ ਗੱਲ ਕਰੇ ਸਾਰਥਿਕਤਾ, ਵੀ ਉਹਦੇ ਅਰਥ ਨਿਕਲਦੇ ਹੋਣ। ਜੋ ਵੀ ਭਾਸ਼ਾ ਲਿਖੀ ਆ ਉਹਦੇ ਕੀ ਆ, ਅਰਥ ਨਿਕਲਦੇ ਹੋਣ। ਅਗਰ ਅਰਥ ਨਾ ਨਿਕਲਣ ਫਿਰ ਉਹ ਭਾਸ਼ਾ ਨਹੀਂ ਹੈ, ਫਿਰ ਤਾਂ ਕੁਛ ਵੀ ਆ, ਜਦੋਂ ਅਰਥ ਹੀ ਨਹੀਂ ਨਿਕਲਦੇ। ਜਿਵੇਂ ਆਪਾਂ ਕਹਿ ਲਈਏ ਚਾਹ ਚੂ, ਕਹਿ ਲਈਏ, ਚੂਰ ਕਹਿ ਦਈਏ ਨਾ, ਚਾਹ ਦਾ ਮਤਲਬ ਕੀ ਜਿਹੜੀ ਚਾਹ ਆਪਾਂ ਬਣਾਉਣੇ ਆ, ਚੂ ਦਾ ਮਤਲਬ ਕੋਈ ਨਹੀਂ ਹੈ। ਇਹ ਵੀ ਖਾਣਾ ਪਾਣੀ, ਦੇਖੋ ਖਾਣਾ ਪਾਣੀ ਅਲੱਗ ਆ। ਅਗਰ ਤੁਸੀਂ ਕਹੋਗੇ ਖਾਣਾ ਪਾਣੀ, ਇਹ ਦੇਖੋ ਖਾਣੇ ਦਾ ਵੀ ਨਿਕਲ ਰਿਹਾ ਤੇ ਪਾਣੀ ਦਾ ਵੀ ਨਿਕਲ ਰਿਹਾ। ਉਸੇ ਤਰ੍ਹਾਂ ਰੋਟੀ ਰਾਟੀ, ਆਪਾਂ ਗੱਲ ਕਰੀਏ ਰੋਟੀ ਦਾ ਤਾਂ ਮਤਲਬ ਆਪਾਂ ਜਿਹੜੀ ਖਾਂਦੇ ਆ, ਰਾਟੀ ਦਾ ਕੋਈ ਮਤਲਬ ਨਹੀਂ। ਇਹ ਆਰਥਿਕ ਜਿਹੜਾ ਕਿ ਉਹਦਾ ਅਰਥ ਨਹੀਂ ਨਿਕਲਦਾ, ਠੀਕ ਹੈ ਜੀ, ਨਿਆਰਥਿਕ ਆ, ਨਹੀਂ ਨਿਰਾਰਥਿਕ ਸ਼ਬਦ ਨੇ, ਠੀਕ ਹੈ। ਇਹ ਰੋਟੀ ਰਾਟੀ ਜਿਹੜਾ ਰਾਟੀ ਚਾਹ ਚੂ ਜਿਹੜਾ ਸ਼ਬਦ ਆਉਂਦੇ ਨੇ, ਇਸ ਤਰ੍ਹਾਂ ਦੀ ਭਾਸ਼ਾ ਹੋਣੀ ਚਾਹੀਦੀ ਹੈ, ਬੱਚੇ ਸਿੱਖ ਸਕਣ, ਸਮਝ ਲੱਗ ਸਕੇ ਬੱਚਿਆਂ ਦੇ ਅੰਦਰ। ਉਸ ਤੋਂ ਬਾਅਦ ਇਹ ਸ਼ੈਲੀ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਸ਼ੈਲੀ ਗੁਣ, ਕਿਤਾਬ ਦੇ ਸ਼ੈਲੀ ਗੁਣ। ਸ਼ੈਲੀ ਕਿਸ ਤਰ੍ਹਾਂ ਦੀ, ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ, ਸਰਲ ਤੋਂ ਕਠਿਨ ਵੱਲ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਹੀਂ ਸਭ ਤੋਂ ਪਹਿਲਾਂ ਸ਼ੈਲੀ ਕੀ ਹੈ, ਸ਼ੈਲੀ ਕਠਿਨ ਕਰ ਦਿੱਤੀ ਹੈ ਫਿਰ ਆਸਾਨ ਕਰ ਦਿੱਤੀ, ਨਹੀਂ ਜੀ। ਇਹ ਕੀ ਆ, ਪਹਿਲਾਂ ਸਰਲ ਹੋਵੇ, ਕਿਉਂਕਿ ਇਹ ਆਪਣੇ ਕੋਲ ਸਿਧਾਂਤ ਵੀ ਆ, ਸਰਲ ਤੋਂ ਕਠਿਨ ਵੱਲ ਜਾਂਦੇ ਆ। ਤਾਂ ਸ਼ੈਲੀ ਵੀ ਕਿਸ ਤਰ੍ਹਾਂ ਦੀ ਆ, ਸਰਲ ਤੋਂ ਕਠਿਨ ਦੇ ਵੱਲ ਜਾਵੇ, ਤਾਂ ਜੋ ਬੱਚਾ ਹੌਲੀ ਹੌਲੀ ਆਪਣਾ ਕੀ ਆ, ਅਨੁਭਵ ਲਵੇ ਤੇ ਸਰਲ ਚੀਜ਼ਾਂ ਤੋਂ ਤੇ ਔਖੀਆਂ ਚੀਜ਼ਾਂ ਸਿੱਖ ਲਵੇ। ਸੌਖ ਤੋਂ ਔਖ ਵੱਲ ਕਹਿ ਸਕਦੇ ਹੋ, ਸੌਖ ਤੋਂ ਔਖ ਵੱਲ, ਬਸ ਇੱਥੇ ਕਿ ਸਮਝ ਲਓ ਕਿ ਸੌਖੇ ਤੋਂ ਔਖ ਵੱਲ ਜਾਂਦੇ ਆ। ਪਹਿਲਾਂ ਬੱਚੇ ਨੂੰ ਉਸਦੇ ਅਨੁਸਾਰ ਪੜ੍ਹਾਇਆ ਜਾਵੇ, ਫਿਰ ਹੌਲੀ ਹੌਲੀ ਉਹਦੇ ਅੰਦਰ ਹੋਰ ਚੀਜ਼ਾਂ ਮਿਲਾ ਕੇ ਉਹਨੂੰ ਪੜ੍ਹਾਇਆ ਜਾਵੇ, ਤਾਂ ਜੋ ਕਠਿਨ ਹੁੰਦਾ ਜਾਵੇ। ਪੱਧਰ ਦੇ ਅਕੋਰਡਿੰਗ ਉਹਦਾ ਜਿਹੜਾ ਕਠਿਨਾਈ ਆਉਂਦੀ ਜਾਵੇ, ਉਹਦੇ ਅੰਦਰ ਔਖਾ ਆਉਂਦਾ ਰਹੇ, ਤਾਂ ਜੋ ਬੱਚਾ ਹੌਲੀ ਹੌਲੀ ਸਿੱਖੇਗਾ। ਇੱਕਦਮ ਆਪਾਂ ਉਹਨਾਂ ਨੂੰ ਔਖੀਆਂ ਚੀਜ਼ਾਂ ਸਿਖਾਵਾਂਗੇ, ਨਹੀਂ ਸਿੱਖ ਸਕਦੇ। ਇੱਕਦਮ ਕਵਾਂਗੇ ਆਪਾਂ ਤੁਹਾਨੂੰ ਨਾਮ ਪੜ੍ਹਾਵਾਂਗੇ, ਨਹੀਂ ਪੜ੍ਹ ਸਕਦੇ ਬੱਚੇ। ਪਹਿਲਾਂ ਉਹਨੂੰ ਆਪਾਂ ਪੰਜਾਬੀ ਬੋਲਣੀ ਸਿਖਾਵਾਂਗੇ, ਪੜ੍ਹਨੀ ਸਿਖਾਵਾਂਗੇ, ਲਿਖਣੀ ਸਿਖਾਵਾਂਗੇ, ਫੇਰ ਹੀ ਤਾਂ ਆਪਾਂ ਵਿਆਕਰਨ ਬਾਰੇ ਦੱਸਾਂਗੇ ਨਾ। ਏਦਾਂ ਦਾ ਨਹੀਂ ਆਪਾਂ ਸ਼ੁਰੂ ਤੋਂ ਲੱਗ ਗਏ, ਪਹਿਲੀ ਕਲਾਸ ਤੋਂ ਲੱਗ ਕੇ ਆਪਾਂ ਵਿਆਕਰਨ ਪੜ੍ਹਾਉਣ, ਕਦੇ ਨਹੀਂ ਹੋਣਾ। ਪਹਿਲੀ ਕਲਾਸ ਤੋਂ ਆਪਾਂ ਵਿਆਕਰਨ ਨਾ ਪੜ੍ਹਾਵਾਂਗੇ, ਨਹੀਂ ਪੜ੍ਹਾਉਂਦੇ, ਕਿਤੇ ਵੀ ਨਹੀਂ ਪੜ੍ਹਾਉਂਦੇ, ਕਿਉਂਕਿ ਉਹਨੂੰ ਪਹਿਲਾਂ ਆਪਾਂ ਪੰਜਾਬੀ ਪੜ੍ਹਨੀ ਸਿਖਾਵਾਂਗੇ, ਲਿਖਣੀ ਸਿਖਾਵਾਂਗੇ, ਥੋੜਾ ਬਹੁਤ ਗਿਆਨ ਦੇਵਾਂਗੇ। ਜੇਕਰ ਕਿਸੇ ਬਾਰੇ ਗਿਆਨ ਹੋਵੇਗਾ ਤਾਂ ਵੀ ਤਾਂ ਸਿੱਖ ਸਕਦਾ ਨਾ, ਜੇਕਰ ਗਿਆਨ ਹੀ ਨਾ ਹੋਇਆ ਕਿਸੇ ਬਾਰੇ ਤਾਂ ਉਹ ਨਹੀਂ ਸਿੱਖ ਸਕਦਾ। ਉਸ ਤੋਂ ਬਾਅਦ ਕੀ ਆ, ਅਸ਼ਲੀਲਤਾ ਵਰਗੇ ਦੋਸ਼ਾਂ ਤੋਂ ਰਹਿਤ ਹੋਵੇ। ਕਿ ਦੇਖੋ, ਸ਼ੈਲੀ ਦੇ ਵਿੱਚ ਅਸ਼ਲੀਲਤਾ ਜਿਹੜੀ ਦੇਖੀ ਜਾਂਦੀ ਆ ਉਹ ਨਾ ਹੀ ਹੋਵੇ, ਅਸ਼ਲੀਲ ਸ਼ਬਦ ਵਰਤੇ ਜਾਂਦੇ ਨੇ, ਇਸ ਤਰ੍ਹਾਂ ਦੇ ਗਾਲਾਂ ਨਹੀਂ ਹੋਣੀਆਂ ਚਾਹੀਦੀਆਂ ਕਿਤਾਬ ਦੇ ਵਿੱਚ, ਸ਼ੈਲੀ ਦੇ ਵਿੱਚ, ਤੇ ਉਹਦੇ ਜਿਹੜੇ ਗੰਦੇ ਸ਼ਬਦ ਨਹੀਂ ਹੋਣੇ ਚਾਹੀਦੇ। ਕਿਸੇ ਨੂੰ ਆਪਾਂ ਕਹਿ ਸਕਦੇ ਗੰਦਾ ਦਿਖਾ ਦਈਏ, ਉਹ ਨਹੀਂ ਹੋਣਾ ਚਾਹੀਦਾ। ਇੱਕ ਚੰਗੀ ਜਿਹੜੀ ਕਿ ਉਹਦੇ ਵਿੱਚ ਤਸਵੀਰ ਬਣੇ ਕਿਸੇ ਵੀ ਚੀਜ਼ ਦੀ,
ਤਾਂ ਜੋ ਜਿਹੜੀ ਸੋਚ ਆ ਉਹਦੀ ਚੰਗੀ ਬਣੇ। ਆਪਾਂ ਵੀ ਦੇਖਦੇ ਆ ਜਿਹੜੇ ਉਹਨਾਂ ਦੇ ਅਨੁਸਾਰ ਪਾਠ ਬਣਦੇ ਨੇ ਜਾਂ ਲੈਸਨ ਹੁੰਦੇ ਆ ਅੰਗਰੇਜ਼ੀ ਦੇ ਵਿੱਚ, ਤਾਂ ਉਹ ਉਹਨਾਂ ਦੇ ਅਨੁਸਾਰ ਹੁੰਦੇ ਨੇ, ਉਹਦੇ ਵਿੱਚ ਕਦੇ ਵੀ ਮਾੜੀਆਂ ਚੀਜ਼ਾਂ ਨਹੀਂ ਦੱਸੀਆਂ ਜਾਣਗੀਆਂ, ਉਹ 'ਚ ਚੰਗੀਆਂ ਚੀਜ਼ਾਂ, ਜਿਵੇਂ ਕਿ ਆਪਾਂ 6ਵੀਂ ਕਲਾਸ ਦੇ ਵਿੱਚ ਲਿਫਾਫੇ ਪੜ੍ਹਦੇ ਆ, ਉਸੇ ਤਰ੍ਹਾਂ ਅਧਿਆਪਕ ਕੀ ਕਰਦੇ ਆ, ਉਹਨੂੰ ਲਿਫਾਫੇ ਚਕਾਉਂਦੇ ਨੇ, ਉਹਨਾਂ ਨੂੰ ਦੱਸਦੇ ਨੇ, ਤਾਂ ਉਹਦੇ ਪਿੱਛੇ ਬਾਬਾ ਪੈ ਜਾਂਦਾ ਇੱਕ, ਹਨਾ, ਇਸ ਤਰ੍ਹਾਂ ਵੀ ਦੱਸਿਆ ਜਾਂਦਾ। ਫਿਰ ਟਾਲੀ ਦੀ ਕਹਾਣੀ ਹੈ, ਟਾਲੀ ਤੇ ਕਾਂ ਦੀ ਕਹਾਣੀ ਇਸ ਤਰ੍ਹਾਂ ਦੀ, ਘੁੱਗੀ ਹੈ, ਗਿਟਾਰਾਂ ਨੇ, ਇਸ ਤਰ੍ਹਾਂ ਦੀਆਂ ਕਹਾਣੀਆਂ ਕਿਤੇ ਨਾ ਕਿਤੇ ਵੀ ਸੂਝ ਬਦਲ ਦਿੰਦੀਆਂ, ਅਸ਼ਲੀਲਤਾ ਤੋਂ ਰਹਿਤ ਨੇ, ਕਿ ਏਦਾਂ ਦੇ ਸ਼ਬਦ ਨੇ, ਉਹ ਤਾਂ ਉੱਚ ਜਮਾਤਾਂ ਦੇ ਵਿੱਚ ਆਉਂਦੇ ਹੁੰਦੇ ਆ, ਅਸ਼ਲੀਲਤਾ ਸ਼ਬਦ ਆਪਣੇ ਵਿੱਚ ਐਡ ਹੋ ਜਾਂਦੇ ਆ, ਕਿਉਂਕਿ ਉਦੋਂ ਤੱਕ ਆਪਣੀ ਸੋਚ ਤੇ ਆਪਣੀ ਜਿਹੜੀ ਮਾਨਸਿਕਤਾ ਉਸਦੇ ਅਨੁਸਾਰ ਬਣ ਜਾਂਦੀ ਆ। ਹੁਣ ਬੱਚਿਆਂ ਦੀ ਮਾਨਸਿਕਤਾ ਤੇ ਉਹਦੀ ਜਿਹੜੀ ਕਿ ਸੋਚ ਹੈ ਉਹ ਹਜੇ ਇੰਨੀ ਵਿਕਸਿਤ ਨਹੀਂ ਹੋਈ, ਉਹਦਾ ਵਿਕਾਸ ਨਹੀਂ ਹੋਇਆ, ਇਸ ਕਰਕੇ ਉਹ ਗੰਦੀਆਂ ਚੀਜ਼ਾਂ ਜਲਦੀ ਸਿੱਖੇਗਾ। ਬੱਚਾ ਕੀ ਕਰਦਾ, ਅਸ਼ਲੀਲ ਚੀਜ਼ਾਂ ਜਲਦੀ ਸਿੱਖਦਾ ਹੈ ਤੇ ਚੰਗੀਆਂ ਚੀਜ਼ਾਂ ਬਹੁਤ ਲੇਟ ਸਿੱਖਦਾ ਹੈ। ਇਹ ਕੁਦਰਤ ਦਾ ਨਿਯਮ ਹੈ, ਜਿਵੇਂ ਕਿ ਕਹਿ ਸਕਦੇ ਆਪਾਂ ਵੀ ਜਿਹੜਾ ਬਦਲਾਵ ਹੈ ਉਹ ਕੁਦਰਤ ਦਾ ਨਿਯਮ ਹੈ। ਇਸੇ ਤਰ੍ਹਾਂ ਹੀ ਮਾੜੀਆਂ ਚੀਜ਼ਾਂ ਬੱਚਾ ਜਲਦੀ ਸਿੱਖਦਾ ਹੈ, ਚੰਗੀਆਂ ਘੱਟ ਸਿੱਖਦਾ ਹੈ, ਬਹੁਤ ਲੇਟ ਸਿੱਖਦਾ ਹੈ। ਇਸੇ ਕਰਕੇ ਚੰਗੀਆਂ ਚੀਜ਼ਾਂ ਸਿਖਾਉਣੀਆਂ ਚਾਹੀਦੀਆਂ ਆਪਾਂ ਨੂੰ। ਇੱਥੋਂ ਤੱਕ ਆਪਣਾ ਪਾਠ ਪੁਸਤਕ ਦਾ ਜਿਹੜਾ ਵਿਸ਼ਾ ਸੀ ਉਹ ਪੂਰਾ ਹੋ ਗਿਆ। ਉਸ ਤੋਂ ਬਾਅਦ ਆਪਣਾ ਇੱਕ ਦੋ ਵਿਸ਼ੇ ਰਹਿ ਗਏ ਨੇ, ਉਹ ਇੱਕ ਟੌਪਿਕ ਆਪਣੇ ਬਚਦੇ ਨੇ, ਉਹ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਡਿਸਕਸ ਕਰ ਲਾਵਾਂਗੇ। ਅੱਜ ਆਪਣਾ 15ਵਾਂ ਲੈਕਚਰ ਸੀ, ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਪਾਠ ਪੁਸਤਕ ਦੇ ਬਾਰੇ ਦੱਸਿਆ। ਇਸ ਤੋਂ ਬਾਅਦ ਆਪਾਂ ਵਿਆਕਰਨ ਕਰਾਂਗੇ। ਇਸ ਤੋਂ ਬਾਅਦ ਕਿਹੜਾ ਆਪਣਾ ਵਿਆਕਰਨ ਦਾ ਟੌਪਿਕ ਆ, ਵਿਆਕਰਨ ਬਹੁਤ ਵਧੀਆ ਨਾਲ ਆਪਾਂ ਕਰਾਂਗੇ, ਵਿਆਕਰਨ ਨੂੰ ਚੰਗੀ ਤਰ੍ਹਾਂ ਪੜਾਂਗੇ। ਤਾਂ ਵਿਆਕਰਨ ਦੇ ਵਿੱਚ ਧੁਨੀ ਪੜਾਂਗੇ, ਧੁਨੀ ਬੋਧ ਹੋ ਗਿਆ, ਸ਼ਬਦ ਬੋਧ ਹੋ ਗਿਆ, ਉਸ ਨਾਲ ਇੱਕ ਮੁਹਾਵਰੇ, ਖਾਣ, ਇਸ ਤਰ੍ਹਾਂ ਦੇ ਆਪਾਂ ਬਹੁਤ ਚੰਗੀ ਤਰ੍ਹਾਂ ਟੌਪਿਕ ਕਰਾਂਗੇ। ਤੇ ਅਗਰ ਤੁਹਾਨੂੰ ਕਿਤੇ ਵੀ ਡਾਊਟ ਲੱਗਿਆ, ਸਾਡਾ ਨੀਚੇ ਨੰਬਰ ਸ਼ੋ ਹੋ ਰਿਹਾ, ਨੰਬਰ ਤੇ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ JV ਸਟੇਸ਼ਨ ਹੈ, ਟੈਲੀਗ੍ਰਾਮ ਚੈਨਲ ਹੈ, ਉਸ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। WhatsApp ਗਰੁੱਪ ਦਾ ਲਿੰਕ ਹੈ ਟੈਲੀਗ੍ਰਾਮ ਐਂਡ ਇੰਸਟਾਗ੍ਰਾਮ ਦਾ, ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ, ਨਾਲ ਸਾਰੀਆਂ ਪਲੇਲਿਸਟ ਮਿਲ ਜਾਏਗੀ। ਤੁਸੀਂ WhatsApp ਜੁਆਇਨ ਕਰੋ, ਜਦੋਂ ਵੀ ਅਸੀਂ ਸ਼ਾਮ ਨੂੰ ਲਾਈਵ ਕਲਾਸਾਂ ਲਾਉਣੇ ਆ ਤੁਸੀਂ ਉਹਦੇ ਵਿੱਚ ਜੁੜ ਸਕੋ। WhatsApp ਜੁਆਇਨ ਜ਼ਰੂਰ ਕਰੋ, ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕਸ ਫॉर ਵਾਚਿੰਗ ਦਿਸ ਵੀਡੀਓ, ਲਾਈਕ ਸ਼ੇਅਰ ਐਂਡ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।